ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਅਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਪੀਐਸਟੈਟ ਜਾਂ ਸੀਟੈਟ ਦੇ ਐਗਜ਼ਾਮ ਦੀ ਤਿਆਰੀ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਵਿੱਚ ਆਪਣੀ ਈਵੀਐਸ ਨੂੰ ਹੀ ਕੰਟੀਨਿਊ ਕਰਾਂਗੇ। ਹਾਲਾਂਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਇੰਗਲਿਸ਼ ਪੈਡਾਗੋਜੀ ਦੇ 11 ਪਾਰਟ ਕਵਰ ਕੀਤੇ ਨੇ ਅਤੇ ਨਾਲ ਦੀ ਨਾਲ ਅਸੀਂ ਸੀਡੀਪੀ ਦੇ ਮੋਸਟ ਇੰਪੋਰਟੈਂਟ ਜਿਹੜੇ ਹੈਗੇ ਨੇ ਐਮਸੀਕਿਊ ਉਹ ਕਵਰ ਕੀਤੇ ਨੇ ਪਿਛਲੇ ਵੀਕ ਪਿਛਲੇ ਹਫਤੇ, ਜਿਸ ਦੇ ਵਿੱਚ ਅਸੀਂ ਨਾਲ ਦੀ ਨਾਲ ਐਨਸੀਐਫ ਜਿਹੜਾ ਹੈਗਾ ਉਹਦੇ ਬਾਰੇ ਵੀ ਗੱਲ ਕੀਤੀ ਹੈ ਅਤੇ ਜਿੰਨੀਆਂ ਸੀਡੀਪੀ ਦੇ ਵਿੱਚ ਫੁੱਲ ਫਾਰਮਸ ਹੁੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਸਮਝਿਆਗਾ ਐਮਸੀਕਿਊ ਦੇ ਨਾਲ ਨਾਲ। ਸੋ ਅਗਰ ਤੁਸੀਂ ਇੰਗਲਿਸ਼ ਪੈਡਾਗੋਜੀ ਜਾਂ ਸੀਡੀਪੀ ਦੇ ਪੁਰਾਣੇ ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਮੈਂ ਲਿੰਕ ਦੇ ਦਿਆਂਗਾ। ਸੀਡੀਪੀ ਜਾਂ ਇੰਗਲਿਸ਼ ਪੈਡਾਗੋਜੀ ਉਹ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਅਦਰਵਾਈਜ਼ ਤੁਸੀਂ ਚੈਨਲ ਤੇ ਡਾਇਰੈਕਟ ਜਾ ਕੇ ਵੀ ਸਭ ਕੁਝ ਦੇਖ ਸਕਦੇ ਹੋ। ਸੋ ਆਪਣਾ ਸੀਡੀਪੀ ਦਾ ਜਿਹੜਾ ਕੋਰਸ ਹੈ ਜੀ ਉਹ ਕੰਪਲੀਟ ਹੋ ਚੁੱਕਾ ਗਾ ਤੇ ਆਪਣਾ ਇੰਗਲਿਸ਼ ਪੈਡਾਗੋਜੀ ਵੀ ਹੁਣ ਕੰਪਲੀਟ ਹੈ। ਬਸ ਐਮਸੀਕਿਊ ਆਪਣੇ ਤੇ ਡਿਪੈਂਡ ਕਰਦਾ ਕਿ ਜਿੰਨੇ ਆਪਾਂ ਜ਼ਿਆਦਾ ਲਾਵਾਂਗੇ ਆਪਣੀ ਜ਼ਿਆਦਾ ਪ੍ਰੈਕਟਿਸ ਹੋਏਗੀ। ਟੌਪਿਕ ਆਪਣੇ ਸਾਰੇ ਕੰਪਲੀਟ ਨੇ ਟੋਟਲੀ 11 ਵੀਡੀਓਜ਼ ਦੇ ਵਿੱਚ। ਸੋ ਹੁਣ ਅਸੀਂ ਇਹ ਹਫਤਾ ਜਿਹੜਾ ਹੈਗਾ ਮੇਨਲੀ ਸਾਡਾ ਫੋਕਸ ਰਹੂਗਾ ਜੀ ਈਵੀਐਸ ਦੇ ਉੱਪਰ ਅਤੇ ਨਾਲ ਦੀ ਨਾਲ ਕੁਝ ਕਲਾਸਿਸ ਮੈਥ ਦੀਆਂ ਵੀ ਹੋਣਗੀਆਂ, ਬਟ ਜ਼ਿਆਦਾ ਹੁਣ ਆਪਾਂ ਟਾਰਗੇਟ ਕਰਨਾ ਹੈਗਾ ਈਵੀਐਸ ਨੂੰ। ਸੋ ਇਸ ਦੇ ਲੜੀ ਦੇ ਤਹਿਤ ਅਸੀਂ ਆਪਣੇ 14 ਪਾਰਟ ਈਵੀਐਸ ਦੇ ਕਰ ਚੁੱਕੇ ਹਾਂ। ਇਹ ਸਾਡਾ ਅੱਜ ਦਾ 15ਵਾਂ ਪਾਰਟ ਹੋਏਗਾ ਜਿਸ ਦੇ ਵਿੱਚ ਅਸੀਂ ਕੁਝ ਬੜੇ ਇੰਪੋਰਟੈਂਟ ਜਿਹੜੇ ਕੰਸੈਪਟ ਨੇ ਉਹਨਾਂ ਨੂੰ ਕਵਰ ਕਰਾਂਗੇ। ਕੁਝ ਕੁਦਰਤੀ ਘਟਨਾਵਾਂ, ਕੁਝ ਨੇਚਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਠੀਕ ਹੈ ਜੀ, ਉਹਨਾਂ ਨੂੰ ਅਸੀਂ ਦੇਖਾਂਗੇ ਜਿਸ ਤਰ੍ਹਾਂ ਲਾਈਟਨਿੰਗ ਵਗੈਰਾ ਹੋਗੀ। ਸੋ ਮਤਲਬ ਬੜਾ ਜਨਰਲ ਜਿਹਾ ਟੌਪਿਕ ਹੈਗਾ। ਕੁਝ ਇਹਦੇ ਵਿੱਚ ਅਸੀਂ ਡਿਜ਼ੀਜ਼ਸ ਦੀ ਵੀ ਗੱਲ ਕਰਾਂਗੇ। ਸੋ ਚਲੋ ਸਟਾਰਟ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਦੇਖੋ ਕੀ ਹੈ, ਟੌਪਿਕ ਵਾਈਜ਼ ਚੱਲਾਂਗੇ। ਸਭ ਤੋਂ ਪਹਿਲਾਂ ਅਸੀਂ ਪੜਾਂਗੇ ਐਪੀਡੈਮਿਕ ਕੀ ਹੁੰਦਾ ਹੈਗਾ। ਐਪੀਡੈਮਿਕ ਨੂੰ ਪੰਜਾਬੀ ਦੇ ਵਿੱਚ ਅਸੀਂ ਬੋਲਦੇ ਹਾਂ ਜੀ ਮਹਾਮਾਰੀ। An epidemic is a disease that affect many organism of a species in a particular area for a period of time। ਮਤਲਬ ਮਹਾਮਾਰੀ ਕੀ ਹੁੰਦੀ ਹੈ? ਇੱਕ ਬਿਮਾਰੀ ਹੋਗੀ। ਮਹਾਮਾਰੀ ਇੱਕ ਬਿਮਾਰੀ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਖੇਤਰ ਵਿੱਚ ਕਿਸੇ ਜਾਤੀ ਦੇ ਬਹੁਤ ਸਾਰੇ ਜੀਵਾਂ ਨੂੰ ਕੁਝ ਸਮੇਂ ਲਈ ਪ੍ਰਭਾਵਿਤ ਕਰਦੀ ਹੈ। ਮਤਲਬ ਮਹਾਮਾਰੀ ਕੋਈ ਇਦਾਂ ਦੀ ਬਿਮਾਰੀ ਹੋਗੀ ਜੋ ਸਿਰਫ ਕਿਸੇ ਵਿਸ਼ੇਸ਼ ਕਿਸੇ ਖਾਸ ਇਲਾਕੇ ਦੇ ਵਿੱਚ ਹੀ ਫੈਲੂਗੀ ਅਤੇ ਉੱਥੋਂ ਦੇ ਜੋ ਜੀਵ ਨੇ, ਚਾਹੇ ਉਹ ਹਿਊਮਨਸ ਨੇ ਜਾਂ ਉਹ ਐਨੀਮਲ ਆ ਗਏ ਦੂਸਰੇ ਆਪਣੇ, ਉਹਨਾਂ ਨੂੰ ਕੁਝ ਸਮੇਂ ਲਈ ਪ੍ਰਭਾਵਿਤ ਕਰੂਗੀ। ਉਹਨੂੰ ਅਸੀਂ ਬੋਲਦੇ ਹਾਂ ਮਹਾਮਾਰੀ। ਯਾਦ ਤੁਸੀਂ ਇਹ ਰੱਖਣਾ ਕਿ ਮਹਾਮਾਰੀ ਕਿਸੇ ਵਿਸ਼ੇਸ਼ ਖੇਤਰ ਵਿੱਚ ਫੈਲਦੀ ਹੈ, ਇਹ ਨਹੀਂ ਕਿ ਪੂਰੀ ਦੁਨੀਆ 'ਚ ਫੈਲੂਗੀ, ਕਿਸੇ ਵਿਸ਼ੇਸ਼ ਏਰੀਏ ਦੇ ਵਿੱਚੋਂ ਫੈਲਦੀ ਹੈ। ਇੰਨਾ ਤੁਸੀਂ ਯਾਦ ਰੱਖਣਾ। ਐਗਜ਼ਾਮਪਲ ਦੇਖੋ, ਦੇਖੋ ਜੀ ਡੇਂਗੂ, ਠੀਕ ਹੈ, ਬੜਾ ਕਾਮਨ ਹੈ ਡੇਂਗੂ। ਇਸ ਤੋਂ ਬਾਅਦ ਕਾਲਰਾ ਜਿਹਨੂੰ ਅਸੀਂ ਹੈਜਾ ਬੋਲਦੇ ਹਾਂ ਪੰਜਾਬੀ ਦੇ ਵਿੱਚ, ਅਤੇ ਲਾਸਟ ਸਾਡਾ ਆ ਗਿਆ ਜੀ ਪਲੇਗ। ਸੋ ਇਹ ਤਿੰਨ ਮੈਂ ਐਗਜ਼ਾਮਪਲ ਲਈਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਐਸਚਨ ਆਪਾਂ ਨੂੰ ਪੁੱਛੇ ਗਏ ਨੇ ਪਹਿਲਾਂ ਵਾਲੇ ਪੇਪਰਾਂ ਦੇ ਵਿੱਚ ਮਹਾਮਾਰੀ ਦੇ। ਸੋ ਸਭ ਤੋਂ ਪਹਿਲਾਂ ਆ ਗਿਆ ਡੇਂਗੂ, ਫਿਰ ਆ ਗਿਆ ਜੀ ਹੈਜਾ ਅਤੇ ਲਾਸਟ ਆ ਗਿਆ ਪਲੇਗ। ਇਹ ਤਿੰਨੋਂ ਕਾਹਦੀਆਂ ਐਗਜ਼ਾਮਪਲ ਨੇ? ਇਹ ਤਿੰਨੋਂ ਐਗਜ਼ਾਮਪਲ ਨੇ ਆਪਣੀਆਂ ਮਹਾਮਾਰੀ ਦੀਆਂ, ਐਪੀਡੈਮਿਕ ਦੀਆਂ। ਨਾਲ ਦੀ ਨਾਲ ਤੁਸੀਂ ਪਿਕਚਰ ਦੇਖ ਸਕਦੇ ਹੋ। ਸੋ ਪਿਕਚਰ ਦੇ ਵਿੱਚ ਦੇਖੋ ਧਿਆਨ ਨਾਲ ਕੀ ਹੈ ਕਿ ਇੱਥੇ ਦੇਖੋ ਇੱਕ ਮੱਛਰ ਹੈ ਜੀ, ਮੌਸਕੀਟੋ ਹੈ। ਨਾਲ ਦੀ ਨਾਲ ਦੇਖੋ ਇੱਥੇ ਡੇਂਗੂ ਲਿਖਿਆ ਹੋਇਆ ਹੈਗਾ। ਸੋ ਇੱਥੇ ਇੱਕ ਹੋਰ ਬੜਾ ਕੁਐਸਚਨ ਇੰਪੋਰਟੈਂਟ ਆਪਾਂ ਨੂੰ ਕਈ ਵਾਰ ਪੇਪਰ ਦੇ ਵਿੱਚ ਆਇਆ ਹੋਇਆ ਹੈਗਾ ਕਿ ਡੇਂਗੂ, ਇੱਕ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਮਹਾਮਾਰੀ ਹੈ ਨਾ। ਇਹ ਆਪਾਂ ਨੂੰ ਪਤਾ ਕਿ ਸਾਲ ਦੇ ਵਿੱਚ 2-3 ਮਹੀਨੇ ਹੁੰਦੇ ਨੇ ਜਦੋਂ ਬਹੁਤ ਜ਼ਿਆਦਾ ਜ਼ੋਰ ਹੁੰਦਾ ਡੇਂਗੂ ਦਾ। ਡੇਂਗੂ ਦੇ ਜ਼ਿਆਦਾ ਕੇਸਿਸ ਹੁੰਦੇ ਨੇ ਉਸ ਸਮੇਂ ਦੇ ਵਿੱਚ। ਮਤਲਬ ਦੇਖੋ ਇਹ ਕਿਸੇ ਵਿਸ਼ੇਸ਼ ਇਲਾਕੇ 'ਚ ਹੀ ਫੈਲਦੀ ਹੈ, ਇਹ ਨਹੀਂ ਕਿ ਪੂਰੀ ਦੁਨੀਆ ਦੇ ਵਿੱਚ ਹੀ ਉਹ ਟਾਈਮ ਤੇ ਫੈਲੂਗੀ। ਮਤਲਬ ਕਿਸੇ ਵਿਸ਼ੇਸ਼ ਇਲਾਕੇ ਨੂੰ ਹੀ ਇਫੈਕਟ ਕਰੂਗੀ। ਤਾਂ ਇਹਦੇ ਵਿੱਚ ਦੇਖੋ ਧਿਆਨ ਨਾਲ ਕਿ ਕਿਹੜਾ ਮੱਛਰ ਹੁੰਦਾ ਹੈ ਜੀ। ਜਿਹੜਾ ਇਹ ਮੱਛਰ ਹੈ, ਵੈਸੇ ਤਾਂ ਆਪਾਂ ਨੂੰ ਪਤਾ, ਦੇਖੋ ਮੌਸਕੀਟੋ ਜਿਹੜਾ ਹੈਗਾ, ਚਾਹੇ ਮਲੇਰੀਆ ਹੋਵੇ, ਠੀਕ ਹੈ, ਚਾਹੇ ਡੇਂਗੂ ਹੋਵੇ, ਉਹਦੇ ਪਿੱਛੇ ਕਾਰਨ ਕੀ ਹੈ? ਮੌਸਕੀਟੋ ਹੈ। ਤਾਂ ਇਹ ਕਿਹੜਾ ਮੌਸਕੀਟੋ ਹੈ? ਇੱਕ ਜਿਹੜੇ ਮੌਸਕੀਟੋ ਜਿਹੜੇ ਮੱਛਰ ਹੁੰਦੇ ਨੇ ਜੀ, ਦੋਨਾਂ ਹੀ ਕੇਸਿਸ ਦੇ ਵਿੱਚ, ਚਾਹੇ ਉਹ ਡੇਂਗੂ ਹੋਵੇ ਚਾਹੇ ਉਹ ਮਲੇਰੀਆ ਹੋਵੇ, ਫੀਮੇਲ ਹੁੰਦੇ ਨੇ, ਯਾਦ ਰੱਖਣਾ। ਸੋ ਇਹਦਾ ਨਾਮ ਹੁੰਦਾ ਜੀ, ਡੇਂਗੂ ਵਾਲੇ ਦਾ ਹੁੰਦਾ ਹੈਗਾ ਫੀਮੇਲ ਐਡੀਜ਼, ਠੀਕ ਹੈ, ਫੀਮੇਲ ਐਡੀਜ਼। ਇਹ ਆਪਾਂ ਨੂੰ ਕੁਐਸਚਨ ਆਇਆ ਹੋਇਆ ਹੈਗਾ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਜਾਂ ਵਾਹਕ ਦਾ ਕੀ ਨਾਮ ਹੈ? ਫੀਮੇਲ ਐਡੀਜ਼। ਮੋਸਟ ਇੰਪੋਰਟੈਂਟ ਇਜ਼ ਐਡੀਜ਼। ਤੇ ਮਲੇਰੀਆ ਵਾਲੇ ਦਾ ਜੀ ਥੋੜਾ ਜਿਹਾ ਫਰਕ ਹੈਗਾ। ਜੋ ਮਲੇਰੀਆ ਵਾਲਾ, ਉਹਨੂੰ ਚਾਹੇ ਤੁਸੀਂ ਨੋਟ ਕਰਨਾ ਕਰ ਲਓ, ਐਨੋਫੈਲੀਜ਼ ਉਹਨੂੰ ਬੋਲਦੇ ਆ। ਸੋ ਡੇਂਗੂ ਦੇ ਵਿੱਚ ਆ ਜਾਂਦਾ ਸਾਡਾ ਐਡੀਜ਼ ਤੇ ਮਲੇਰੀਆ ਦੇ ਵਿੱਚ ਐਨੋਫੈਲੀਜ਼। ਸੋ ਇਹ ਥੋੜਾ ਜਿਹਾ ਨੋਟ ਕਰ ਲਓ, ਇੱਥੋਂ ਕੁਐਸਚਨ ਥੋੜਾ ਜਿਹਾ ਇਹ ਸਮਝੋ ਕਿ ਇੱਕ ਦੋ ਪੁਆਇੰਟ ਤੁਹਾਨੂੰ ਮੈਂ ਐਕਸਟਰਾ ਦੱਸਤੇ। ਇੱਕ ਅੱਜ ਮੇਰੀ ਥੋੜੀ ਜਿਹੀ ਵੌਇਸ ਜੀ ਹੌਲੀ ਰਹੂਗੀ ਕਿਉਂਕਿ ਮੈਂ ਕੋਈ ਮਾਈਕ ਨਹੀਂ ਯੂਜ਼ ਕਰਦਾ, ਮੈਂ ਡਾਇਰੈਕਟ ਬੋਲ ਦਾਂਗਾ ਤੇ ਕਈ ਵਾਰ ਥੋੜਾ ਜ਼ਿਆਦਾ ਉੱਚੀ ਬੋਲਣ ਨਾਲ ਥੋੜਾ ਜਿਹਾ ਮੇਰਾ ਗਲੇ ਦੇ ਵਿੱਚ ਦਿੱਕਤ ਹੈਗੀ ਹੈ। ਤਾਂ ਕਰਕੇ ਥੋੜੀ ਜਿਹੀ ਤੁਸੀਂ ਆਪਣੇ ਫੋਨ ਦੀ ਆਵਾਜ਼ ਹੀ ਵਧਾ ਲਿਓ ਫਿਰ ਅੱਜ,
ਜਾਂ ਥੋੜਾ ਜਿਹਾ ਮਤਲਬ ਹੈਡਫੋਨ ਵਗੈਰਾ ਲਾ ਕੇ ਕਿਸੇ ਵੀ ਤਰੀਕੇ ਨਾਲ ਐਡਜਸਟ ਕਰ ਲਓ। ਮੈਨੂੰ ਲੱਗ ਰਿਹਾ ਕਿ ਪਹਿਲਾਂ ਨਾਲੋਂ ਥੋੜੀ ਜਿਹੀ એનર્ਜੀ ਵੀ ਘੱਟ ਲੱਗ ਰਹੀ ਹੈ ਮੈਨੂੰ ਅੱਜ। ਠੀਕ ਹੈ, ਕਿਉਂਕਿ 2-3 ਦਿਨ ਤੋਂ ਥੋੜਾ ਗਲੇ ਜ਼ਿਆਦਾ ਉੱਚੀ ਬੋਲਣ ਨਾਲ ਥੋੜੀ ਦਿੱਕਤ ਆ ਜਾਂਦੀ ਹੈ। ਸੋ ਇਹ ਆ ਗਿਆ ਜੀ। ਹੁਣ ਤੱਕ ਆਪਾਂ ਕੀ ਪੜ੍ਹਿਆ ਮੈਂ ਦੱਸ ਦਿੰਦਾ। ਸਭ ਤੋਂ ਪਹਿਲਾਂ ਐਪੀਡੈਮਿਕ ਮਹਾਮਾਰੀ ਕੀ ਹੁੰਦੀ ਹੈ, ਜੋ ਕਿਸੇ ਵਿਸ਼ੇਸ਼ ਇਲਾਕੇ 'ਚ ਫੈਲਦੀ ਹੈ ਤੇ ਕੁਝ ਸਮੇਂ ਲਈ ਉੱਥੋਂ ਦੇ ਜੀਵਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹਦੀਆਂ ਐਗਜ਼ਾਮਪਲ ਯਾਦ ਰੱਖਣੀਆਂ ਨੇ, ਡੇਂਗੂ, ਹੈਜਾ, ਪਲੇਗ, ਇਹ ਐਗਜ਼ਾਮਪਲ ਨੇ। ਸੋ ਡੇਂਗੂ ਦੀ ਗੱਲ ਮੈਂ ਥੋੜੀ ਜਿਹੀ ਜ਼ਿਆਦਾ ਡਿਟੇਲ ਦੇ ਵਿੱਚ ਕਰਤੀ ਕਿ ਇਹਨੂੰ ਫੈਲਾਉਣ ਵਾਲੇ ਮੱਛਰ ਨੂੰ ਕੀ ਕਹਿੰਦੇ ਨੇ, ਫੀਮੇਲ ਐਡੀਸ। ਨਾਲ ਦੀ ਨਾਲ ਮੈਂ ਤੁਹਾਨੂੰ ਮਲੇਰੀਆ ਦਾ ਵੀ ਦੱਸਤਾ। ਸੋ ਇਹ ਸਾਰੀਆਂ ਚੀਜ਼ਾਂ ਕਾਈਂਡਲੀ ਨੋਟ ਕਰਦੇ ਜਾਓ ਕਾਪੀ ਤੇ। ਹਾਂਜੀ, ਸਾਡਾ ਸੈਕਿੰਡ ਕੰਸੈਪਟ ਹੈ ਅੱਜ ਦਾ ਪੈਂਡੇਮਿਕ, ਜਿਸ ਨੂੰ ਅਸੀਂ ਬੋਲਦੇ ਹਾਂ ਵਿਸ਼ਵ ਪੱਧਰੀ ਮਹਾਮਾਰੀ। ਦੇਖੋ ਨਾਮ 'ਚ ਹੀ ਪਿਆ ਵਿਸ਼ਵ ਪੱਧਰੀ ਮਹਾਮਾਰੀ, ਮਤਲਬ ਇਹ ਇੱਕ ਇਦਾਂ ਦਾ ਰੋਗ ਹੋਏਗਾ ਜੋ ਕਿ ਪੂਰੀ ਦੁਨੀਆ ਦੇ ਵਿੱਚ ਫੈਲੇਗਾ, ਹੈ ਨਾ, ਪੂਰੇ ਵਿਸ਼ਵ ਦੇ ਵਿੱਚ ਫੈਲੇਗਾ। ਸੋ ਇਟ ਇਜ਼ ਅ ਡਿਜ਼ੀਜ਼ ਦੈਟ ਸਪਰੈਡ ਓਵਰ ਅ ਲਾਰਜ ਏਰੀਆ ਆਫ ਦ ਵਰਲਡ ਐਂਡ ਕਾਜ਼ਸ ਦ ਡੈਥ ਆਫ ਮਿਲੀਅਨਸ ਆਫ ਪੀਪਲ। ਮਤਲਬ ਇਹ ਇੱਕ ਇਦਾਂ ਦੀ ਬਿਮਾਰੀ ਹੈ ਜੋ ਦੁਨੀਆ ਦੇ ਬਹੁਤ ਵੱਡੇ ਖੇਤਰ ਦੇ ਵਿੱਚ ਫੈਲਦੀ ਹੈ ਅਤੇ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਮਤਲਬ ਉਹ ਕਿਸੇ ਵਿਸ਼ੇਸ਼ ਖੇਤਰ 'ਚ ਫੈਲਦੀ ਸੀ ਮਹਾਮਾਰੀ, ਬਟ ਵਿਸ਼ਵ ਪੱਧਰੀ ਮਹਾਮਾਰੀ ਪੂਰੀ ਦੁਨੀਆ 'ਚ ਹੀ ਫੈਲੂਗੀ ਜੀ। ਠੀਕ ਹੈ, ਤੁਸੀਂ ਯਾਦ ਰੱਖਣਾ ਹੈ ਪੂਰੀ ਦੁਨੀਆ 'ਚ ਹੀ ਫੈਲੂਗੀ ਅਤੇ ਫੈਲ ਕੇ ਹਟੀ। ਆਪਾਂ ਸਾਰੇ ਅਵੇਅਰ ਹੈ ਕੋਵਿਡ-19 ਤੋਂ। ਠੀਕ ਹੈ, ਜੋ ਕਰੋਨਾ ਕੋਵਿਡ-19 ਦਾ ਦੌਰ ਸੀ, 19 ਤਾਂ ਹੀ ਲਿਖਿਆ ਕਿ 2019 ਦੇ ਵਿੱਚ ਚੀਨ ਦੇ ਵੁਹਾਨ ਸ਼ਹਿਰ ਤੋਂ ਸਟਾਰਟ ਹੋਇਆ ਸੀ। ਠੀਕ ਹੈ, ਤਾਂ ਕਰਕੇ ਇਹਨੂੰ ਕੋਵਿਡ-19 ਵੀ ਕਿਹਾ ਜਾਂਦਾ ਹੈ। ਸੋ ਕਰੋਨਾ ਦੇਖੋ ਜਿਹੜਾ ਹੈਗਾ ਸੀ, ਉਹਨਾਂ ਨੇ ਪੂਰੀ ਕੰਟਰੀ ਨੂੰ, ਮਤਲਬ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ, ਪੂਰੀ ਦੁਨੀਆ ਨੂੰ ਹੀ ਪ੍ਰਭਾਵਿਤ ਕੀਤਾ ਕੋਵਿਡ-19 ਨੇ। ਤਾਂ ਕਰਕੇ ਇਹ ਸਾਡਾ ਪੈਂਡੇਮਿਕ ਹੋ ਗਿਆ, ਵਿਸ਼ਵ ਪੱਧਰੀ ਮਹਾਮਾਰੀ। ਸੋ ਇਦਾਂ ਦੇਖ ਸਕਦੇ ਹੋ, ਐਸੀ ਕੁਝ ਫੋਟੋਜ਼ ਲਈਆਂ ਨੇ ਮੈਂ। ਸੋ ਵਾਇਰਸ ਜਿਹੜੇ ਹੈਗੇ ਨੇ ਉਹਨਾਂ ਦੀ ਕੁਝ ਇਦਾਂ ਦੀ ਸ਼ੇਪ ਹੁੰਦੀ ਹੈ। ਸੋ ਇਸ ਤੋਂ ਇਲਾਵਾ ਇੱਕ ਹੋਰ ਹੈ ਜੀ, ਏਡਸ ਨੂੰ ਵੀ ਆਪਾਂ ਬੋਲ ਸਕਦੇ ਹਾਂ ਵਿਸ਼ਵ ਪੱਧਰੀ ਮਹਾਮਾਰੀ। ਸੋ ਕਈ ਵਾਰ ਬੁੱਕਸ ਦੇ ਵਿੱਚ ਪੁੱਛ ਲੈਂਦੇ ਨੇ। ਸੋ ਏਡਸ ਵੀ ਇੱਕ ਤਰ੍ਹਾਂ ਨਾਲ ਬਹੁਤ ਛੇਤੀ ਨਾਲ ਜਿਹੜਾ ਫੈਲਣ ਵਾਲਾ ਰੋਗ ਹੈਗਾ। ਸੋ ਇਹ ਫੈਲਦਾ ਕਾਹਦੇ ਨਾਲ ਹੈ, ਉਹ ਮੈਂ ਨਾਲ ਹੀ ਲਿਖਤਾ ਇੱਥੇ। ਸੋ ਏਡਸ ਜਿਹੜਾ ਹੈਗਾ ਉਹ ਵਾਇਰਸ ਨਾਲ ਹੀ ਫੈਲਦਾ ਹੈ ਵੀ, ਜਿਹਦਾ ਵਾਇਰਸ ਦਾ ਨਾਮ ਹੁੰਦਾ HIV। HIV ਵਾਇਰਸ, ਕਈ ਵਾਰ ਇਹਦੀ ਫੁੱਲ ਫਾਰਮ ਆ ਜਾਂਦੀ ਹੈ, ਉਹ ਕਾਈਂਡਲੀ ਨੋਟ ਕਰ ਲਓ। H ਫॉर ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਠੀਕ ਹੈ, ਆਈ ਦਾ ਮਤਲਬ ਕਾਫੀ ਵੱਡਾ ਜਿਹਾ ਜੀ ਇੱਥੇ, ਇਮਿਊਨੋ ਡੈਫੀਸ਼ੀਐਂਸੀ, NO ਡੈਫੀਸ਼ੀਐਂਸੀ ਵਾਇਰਸ। ਵੀ ਦਾ ਮਤਲਬ ਤਾਂ ਸਭ ਨੂੰ ਪਤਾ ਹੋਏਗਾ ਤੁਹਾਨੂੰ, ਵਾਇਰਸ ਹੀ ਆਏਗਾ, ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ, ਵਾਇਰਸ ਹੈ ਜਿਹੜਾ ਕਿਹੜਾ ਰੋਗ ਪੈਦਾ ਕਰਦਾ ਹੈਗਾ, ਏਡਸ। ਠੀਕ ਹੈ, ਇੱਥੇ ਲਿਖਿਆ ਹੋਇਆ, ਪੰਜਾਬੀ ਦੇ ਵਿੱਚ ਨੋਟ ਕਰ ਸਕਦੇ ਹੋ। ਸੋ ਆਈ ਹੋਪ, ਮੈਨੂੰ ਉਮੀਦ ਹੈ ਕਿ ਤੁਹਾਨੂੰ ਮਹਾਮਾਰੀ ਅਤੇ ਵਿਸ਼ਵ ਪੱਧਰੀ ਮਹਾਮਾਰੀ ਦੇ ਵਿੱਚ ਫਰਕ ਪਤਾ ਚੱਲ ਗਿਆ ਹੋਣਾ। ਤੇ ਪੇਪਰ ਦੇ ਲਈ ਸਭ ਤੋਂ ਇੰਪੋਰਟੈਂਟ ਕੀ ਹੈ ਜੀ, ਪੇਪਰ ਦੇ ਲਈ ਇੰਪੋਰਟੈਂਟ ਹੈ ਕੋਵਿਡ-19, ਕਿਉਂਕਿ ਰੀਸੈਂਟ ਹੋ ਕੇ ਹਟਿਆ। ਵੈਸੇ ਉਸ ਤੋਂ ਬਾਅਦ ਵੀ ਐਗਜ਼ਾਮ ਹੋ ਗਏ ਆਪਣੇ, ਤਾਂ ਤੁਹਾਨੂੰ ਪੇਪਰ ਦੇ ਵਿੱਚ ਸਿੱਧਾ ਪੁੱਛਿਆ ਜਾ ਸਕਦਾ ਹੈ ਇਹਨਾਂ ਦੇ ਵਿੱਚੋਂ ਕਿਹੜੀ ਵਿਸ਼ਵ ਪੱਧਰੀ ਮਹਾਮਾਰੀ ਹੈ। ਸੋ ਤਿੰਨ ਤਾਂ ਉੱਥੇ ਮਹਾਮਾਰੀਆਂ ਦੇ ਨਾਮ ਦੇ ਦੇਣਗੇ, ਇੱਕ ਉੱਥੇ ਵਿਸ਼ਵ ਪੱਧਰੀ ਮਹਾਮਾਰੀ ਜਿਸ ਤਰ੍ਹਾਂ ਕੋਵਿਡ-19 ਦੇ ਦੇਣਗੇ। ਸੋ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈਗੇ ਨੇ ਉਹ ਪੇਪਰ ਦੇ ਵਿੱਚ ਫਰੇਮ ਹੋ ਸਕਦੇ ਨੇ। ਤੇ ਕਰੋਨਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਦੇ ਵਿੱਚੋਂ ਤਾਂ ਕੁਐਸਚਨ ਆਉਣਾ ਜਿਹੜਾ ਹੈਗਾ, ਉਹਦੀ ਜ਼ਿਆਦਾ ਐਕਸਪੈਕਟੇਸ਼ਨ ਹੁੰਦੀ ਹੈ, ਕਿਉਂਕਿ ਰੀਸੈਂਟਲੀ ਇਹ ਚੀਜ਼ਾਂ ਹੋ ਕੇ ਹਟੀਆਂ ਨੇ। ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ ਵਿੰਡ ਦੀ, ਜਿਹਨੂੰ ਅਸੀਂ ਬੋਲਦੇ ਹਾਂ ਪੌਣ। ਸੋ ਮੂਵਿੰਗ ਏਅਰ ਇਜ਼ ਕਾਲਡ ਵਿੰਡ। ਸੋ ਇਹ ਲਾਈਨ ਤੁਸੀਂ ਯਾਦ ਰੱਖਣੀ ਹੈ ਕਿ ਗਤੀਸ਼ੀਲ ਹਵਾ, ਜਦੋਂ ਹਵਾ ਗਤੀ ਦੇ ਵਿੱਚ ਹੋਵੇ, ਗਤੀਸ਼ੀਲ ਹਵਾ ਨੂੰ ਅਸੀਂ ਕੀ ਬੋਲ ਦਿੰਦੇ ਹਾਂ, ਪੌਣ। ਤੇ ਪੌਣ ਨੂੰ ਇੰਗਲਿਸ਼ ਦੇ ਵਿੱਚ ਬੋਲਿਆ ਜਾਂਦਾ ਜੀ ਵਿੰਡ। ਸੋ ਕੁੱਲ ਮਿਲਾ ਕੇ ਇੱਥੇ ਹਵਾ ਦੀ ਗੱਲ ਹੋ ਰਹੀ ਹੈ। ਠੀਕ ਹੈ, ਤਾਂ ਜਿੱਥੇ ਹਵਾ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਇੱਕ ਇਨਸਟਰੂਮੈਂਟ ਦੀ ਗੱਲ ਹੋਊਗੀ ਜਿਹਦਾ ਨਾਮ ਹੈ ਜੀ ਅਨੀਮੋਮੀਟਰ। ਅਨੀਮੋਮੀਟਰ, ਠੀਕ ਹੈ। ਸੋ ਇਹ ਵਾਲਾ ਇੰਸਟਰੂਮੈਂਟ ਹੈ, ਇਹਨੂੰ ਬੋਲਦੇ ਹਾਂ ਅਸੀਂ ਅਨੀਮੋਮੀਟਰ, ਕਿਉਂਕਿ ਆਪਾਂ ਹਵਾ ਦੀ ਗੱਲ ਕਰ ਰਹੇ ਹਾਂ। ਸੋ ਇਹ ਦੱਸਦਾ ਸਾਨੂੰ ਹਵਾ ਦੀ ਸਪੀਡ, ਜਿਵੇਂ ਸਾਡੀ ਕਾਰ ਦੀ, ਬਾਈਕ ਦੀ ਸਪੀਡ ਹੁੰਦੀ ਹੈ। ਸਪੀਡ ਦਾ ਮੇਰਾ ਕਹਿਣ ਦਾ ਮਤਲਬ ਗਤੀ ਹੁੰਦੀ ਹੈ। ਠੀਕ ਹੈ ਜੀ, ਗਤੀ ਕਹਿ ਲਓ ਚਾਹੇ ਚਾਲ ਕਹਿ ਲਓ। ਸੋ ਹਵਾ ਦੀ ਚਾਲ ਨੂੰ ਮਾਪਣ ਵਾਲਾ ਜੰਤਰ, ਹਵਾ ਦੀ ਸਪੀਡ ਨੂੰ ਕਿਸ ਜੰਤਰ ਦੇ ਨਾਲ ਮਾਪਿਆ ਜਾਂਦਾ, ਨਾਰਮਲੀ ਆਪਾਂ ਨੂੰ ਕੁਐਸਚਨ ਆਉਂਦਾਗਾ, ਤਾਂ ਉੱਥੇ ਸਾਡਾ ਆਨਸਰ ਆਏਗਾ ਅਨੀਮੋਮੀਟਰ। ਇਸ ਤੋਂ ਇਲਾਵਾ ਇੱਥੇ ਦੇਖੋ ਤੁਸੀਂ ਧਿਆਨ ਨਾਲ, ਇੱਥੇ ਕੁੱਕੜ ਦੀ ਫੋਟੋ ਬਣੀ ਹੈ ਨਾ। ਆਹ ਦੇਖੋ ਡਾਇਰੈਕਸ਼ਨ ਵਗੈਰਾ ਲਿਖੀਆਂ ਨੇ, W ਲਿਖਿਆ ਹੋਇਆ, ਈਸਟ ਲਿਖਿਆ, ਸਾਊਥ ਲਿਖਿਆ, ਨਾਰਥ ਲਿਖਿਆ। ਸੋ ਅਗਰ ਅਸੀਂ ਹਵਾ ਦੀ ਡਾਇਰੈਕਸ਼ਨ ਦੱਸਣੀ ਆ, ਸੋ ਅਨੀਮੋਮੀਟਰ ਤਾਂ ਹੈਗਾ ਸੀ ਬੇਸਿਕਲੀ ਮੇਨਲੀ ਕਾਦੇ ਲਈ ਸੀਗਾ, ਉਹ ਸਪੀਡ ਦੇ ਲਈ, ਹਵਾ ਦੀ ਗਤੀ ਕਿੰਨੀ ਹੈ ਕਿ। ਅਗਰ ਅਸੀਂ ਹਵਾ ਦੀ ਡਾਇਰੈਕਸ਼ਨ ਦੱਸਣੀ ਆ, ਡਾਇਰੈਕਸ਼ਨ ਤੋਂ ਮੇਰਾ ਭਾਵ ਦਿਸ਼ਾ ਦੱਸਣੀ ਆ
ਕਿ ਹਵਾ ਕਿਹੜੀ ਦਿਸ਼ਾ ਵੱਲ ਜਿਹੜੀ ਚੱਲਦੀ ਪਈ ਆ, ਤਾਂ ਉਹਦੇ ਲਈ ਅਸੀਂ ਕਾਹਦੀ ਵਰਤੋਂ ਕਰਦੇ ਹਾਂ ਜੀ? ਵਿੰਡਵੇਨ ਦੀ। ਵਿੰਡਵੇਨ। ਸੋ ਇੱਥੋਂ ਦੋ ਨਾਰਮਲੀ ਤਿੰਨ ਕੁਐਸਚਨ ਮੇਰੇ ਕਵਰ ਹੁੰਦੇ ਨੇ। ਪਹਿਲਾ, ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਆ? ਪੌਣ ਕਹਿੰਦੇ ਆ। ਸੋ ਅਗਰ ਹਵਾ ਦੀ ਗੱਲ ਕੀਤੀ ਹੈ ਤਾਂ ਹਵਾ ਦੀ ਸਪੀਡ ਵੀ ਹੁੰਦੀ ਹੈ, ਜਿਸ ਤਰ੍ਹਾਂ ਕਾਰ ਦੀ ਸਪੀਡ ਹੁੰਦੀ ਹੈ। ਹਵਾ ਦੀ ਸਪੀਡ ਨੂੰ ਮਾਪਣ ਵਾਲੇ ਯੰਤਰ ਦਾ ਨਾਮ ਹੈ ਜੀ ਅਨੀਮੋਮੀਟਰ। ਅਤੇ ਹਵਾ ਦੀ ਦਿਸ਼ਾ ਵੀ ਹੁੰਦੀ ਹੈ। ਹਵਾ ਦੀ ਦਿਸ਼ਾ ਨੂੰ ਮਾਪਣ ਵਾਲੇ ਯੰਤਰ ਦਾ ਨਾਮ ਹੈ ਜੀ, ਜਾਂ ਕਿਹੜੀ ਚੀਜ਼ ਨਾਲ ਉਹਨੂੰ ਮਾਪਿਆ ਜਾਂਦਾ ਹੈਗਾ? ਵਿੰਡ ਵੇਨ ਦੇ ਨਾਲ। ਠੀਕ ਹੈ, ਸੋ 3 ਪੁਆਇੰਟ ਇੱਥੋਂ ਤੁਸੀਂ ਨੋਟ ਕਰ ਲੈਣੇ ਨੇ ਆਪਣੀ ਨੋਟਬੁੱਕ ਦੇ ਉੱਪਰ। ਹਾਂਜੀ, ਸਾਡਾ ਫੋਰਥ ਕੰਸੈਪਟ ਹੈ, ਜੋ ਕਿ ਆਪਣੇ ਕੁਝ ਨੈਚੁਰਲ ਫਿਨੋਮੀਨਾ ਹੁੰਦੇ ਨੇ। ਤਾਂ ਉਹਦੇ ਵਿੱਚੋਂ ਆਪਣਾ ਫੋਰਥ ਕੰਸੈਪਟ ਹੈ ਲਾਈਟਨਿੰਗ ਕੰਡਕਟਰ, ਜਿਸ ਨੂੰ ਅਸੀਂ ਬੋਲਦੇ ਹਾਂ ਬਿਜਲਈ ਚਾਲਕ। ਸੋ ਦੇਖੋ, ਅਕਸਰ ਹੀ ਤੁਸੀਂ ਦੇਖਿਆ ਹੋਊਗਾ, ਜੋ ਖਾਸ ਕਰਕੇ ਨਵੀਆਂ ਬਿਲਡਿੰਗਸ ਬਣਦੀਆਂ ਨੇ, ਉਹਨਾਂ ਦੇ ਉੱਪਰ ਇਸ ਤਰ੍ਹਾਂ ਕੁਝ ਤਾਂਬੇ ਦੀ ਰੋਡ ਹੁੰਦੀ ਹੈ, ਜਿਸ ਨੂੰ ਲਾਈਟਨਿੰਗ ਰੋਡ ਵੀ ਕਿਹਾ ਜਾਂਦਾ ਹੈ। ਉਹ ਰੱਖੀ ਹੁੰਦੀ ਹੈ, ਨਾਰਮਲੀ ਤਰਸ਼ੂਲ ਆਕਾਰ ਦੀ ਹੁੰਦੀ ਹੈ। ਤਰਸ਼ੂਲ ਵਰਗੀ ਦੀ ਸ਼ੇਪ ਹੋ ਸਕਦੀ ਹੈ ਜਨਰਲੀ। ਤਾਂ ਇਸੇ ਨੂੰ ਅਸੀਂ ਬੋਲਦੇ ਹਾਂ ਲਾਈਟਨਿੰਗ ਕੰਡਕਟਰ, ਬਿਜਲਈ ਚਾਲਕ। ਹੁਣ ਇਹ ਕੰਮ ਕੀ ਕਰਦਾ? ਇਟ ਇਜ਼ ਅ ਡਿਵਾਈਸ ਯੂਜ਼ ਟੂ ਪ੍ਰੋਟੈਕਟ ਬਿਲਡਿੰਗਸ ਫਰੋਮ ਲਾਈਟਨਿੰਗ ਸਟ੍ਰਾਈਕਸ। ਮਤਲਬ ਇੱਕ ਅਜਿਹਾ ਜੰਤਰ ਹੈ ਜਿਸ ਦੀ ਵਰਤੋਂ ਇਮਾਰਤਾਂ ਨੂੰ ਆਕਾਸ਼ੀ ਬਿਜਲੀ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਦੇਖੋ, ਨਾਰਮਲੀ ਕਈ ਵਾਰ ਬਿਜਲੀ ਜਿਹੜੀ ਹੈਗੀ ਹੈ ਨਾ, ਉਹ ਡਿੱਗ ਪੈਂਦੀ ਹੈ। ਨਾਰਮਲੀ ਆਪਾਂ ਆਮ ਸ਼ਬਦਾਂ 'ਚ ਇਦਾਂ ਬੋਲਦੇ ਹਾਂ ਕਿ ਕਈ ਵਾਰ ਜਦੋਂ ਬੱਦਲ ਗਰਜ ਰਹੇ ਹੋਣ, ਬਿਜਲੀ ਚਮਕ ਰਹੀ ਹੋਵੇ, ਤਾਂ ਕਈ ਥਾਂ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਆਪਾਂ ਸੁਣਦੇ ਆਂਗੇ। ਤਾਂ ਜਦੋਂ ਦੇਖੋ ਬਿਜਲੀ ਡਿੱਗਦੀ ਹੈ, ਤਾਂ ਜਿਸ ਥਾਂ ਤੇ ਡਿੱਗਦੀ ਹੈ ਨਾ, ਆਪਾਂ ਨੂੰ ਪਤਾ ਉੱਥੇ ਕਾਫੀ ਭਿਆਨਕ ਜਿਹੜੀ ਕੰਡੀਸ਼ਨ ਹੋ ਜਾਂਦੀ ਹੈ। ਸੋ ਘਰਾਂ ਦੀ ਜਾਂ ਇਮਾਰਤਾਂ ਦੀ ਇਦਾਂ ਦੀ ਕੰਡੀਸ਼ਨ ਨਾ ਹੋਵੇ, ਤਾਂ ਉਹਦੇ ਲਈ ਕੀ ਕੀਤਾ ਜਾਂਦਾ ਜੀ? ਉਹਨਾਂ ਦੇ ਉੱਪਰ ਇਦਾਂ ਤਰਸ਼ੂਲ ਆਕਾਰ ਦਾ ਇਸ ਸ਼ੇਪ ਦੀ ਇੱਕ ਰੋਡ ਜਿਹੜੀ ਹੈਗੀ ਆ, ਉਹ ਇਸ ਤਰੀਕੇ ਨਾਲ ਲਗਾ ਦਿੱਤੀ ਜਾਂਦੀ ਹੈ ਕਿ ਨੀਚੇ ਤੋਂ ਉਹ ਤਾਂਬੇ ਦੀ ਤਾਰ ਜਾਂ ਰੋਡ ਜੋ ਵੀ ਹੈ, ਠੀਕ ਹੈ, ਉਸ ਬਿਲਡਿੰਗ ਦੇ ਸਾਈਡ ਤੋਂ ਕਿਤੋਂ ਵੀ ਨੀਚੇ ਲਿਆਂਦਾ ਜਾਂਦਾ ਉਹਨੂੰ, ਤੇ ਨੀਚੇ ਲਿਆ ਕੇ ਇਦਾਂ ਛੱਡ ਦਿੱਤਾ ਜਾਂਦਾ ਹੈ। ਮਤਲਬ ਗਰਾਊਂਡ ਦੇ ਨਾਲ ਉਹਨੂੰ ਮਿਲਾ ਦਿੱਤਾ ਜਾਂਦਾ ਹੈ, ਕਿਉਂਕਿ ਦੇਖੋ ਬਿਜਲੀ ਦੀ ਇੱਕ ਗੱਲ ਹੁੰਦੀ ਹੈ ਕਿ ਉਹਨੇ ਅਰਥ ਹੋਣਾ ਹੁੰਦਾ ਹੈ। ਠੀਕ ਹੈ, ਲਾਈਟ ਹੈ, ਉਹ ਕੀ ਚਾਹੁੰਦੀ ਹੈ ਕਿ ਮੈਂ ਅਰਥ ਹੋਵਾਂ, ਮੈਂ ਧਰਤੀ 'ਚ ਆਵਾਂ। ਠੀਕ ਹੈ, ਤਾਂ ਕਈ ਵਾਰ ਦੇਖੋ, ਹੁਣ ਮੰਨ ਲਓ ਇਸ ਮਕਾਨ ਵਾਲਾ ਇੱਕ ਬਿਲਡਿੰਗ ਹੈ, ਇਹਦੇ ਵੱਲ ਮੰਨ ਲਓ ਜੋ ਬਿਜਲੀ ਹੈ ਜੀ ਉਹ ਆਉਣ ਲੱਗੀ, ਤਾਂ ਅਗਰ ਉੱਥੇ ਲਾਈਟਨਿੰਗ ਰੋਡ ਲੱਗੀ ਹੋਊਗੀ, ਬਿਜਲੀ ਚਾਲਕ ਲੱਗਿਆ ਹੋਊਗਾ, ਠੀਕ ਹੈ, ਤਾਂ ਸਾਰੀ ਦੀ ਸਾਰੀ ਬਿਜਲੀ ਉਸ ਤਾਂਬੇ ਦੇ ਉੱਪਰ ਪਊਗੀ, ਅਤੇ ਸਾਈਡ ਤੋਂ ਉਸਦੇ ਵਿੱਚੋਂ ਹੁੰਦੀ ਹੋਈ ਗਰਾਊਂਡ ਦੇ ਵਿੱਚ ਚਲੀ ਜਾਊਗੀ, ਤੇ ਬਿਲਡਿੰਗ ਨੂੰ ਕੋਈ ਨੁਕਸਾਨ ਨਹੀਂ ਹੋਣਾ। ਸੋ ਬਿਜਲੀ ਚਾਲਕ ਦੇ ਬੜੇ ਬੈਨੀਫਿਟ ਨੇ। ਬਟ ਨਾਰਮਲੀ ਜੋ ਸਾਡੇ ਘਰ ਬਣੇ ਹੁੰਦੇ ਨੇ ਜਾਂ ਬਿਲਡਿੰਗਸ ਬਣੀਆਂ ਹੁੰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਅਗਰ ਪੁਰਾਣਿਆਂ ਦੀ ਮੈਂ ਗੱਲ ਕਰਾਂ ਤਾਂ ਨਹੀਂ ਲੱਗਿਆ ਹੁੰਦਾ, ਬਟ ਨਾਰਮਲੀ ਜਿਹੜੇ ਹੈਗੇ ਨੇ, ਬਹੁਤ ਸਾਰੇ ਲੋਕ ਇਸ ਨੂੰ ਲਵਾ ਰਹੇ ਨੇ, ਇਸ ਬਿਜਲੀ ਚਾਲਕ ਦੀ ਵਰਤੋਂ ਕਰ ਰਹੇ ਨੇ। ਠੀਕ ਹੈ, ਤਾਂ ਕਿ ਕਦੇ ਕਦੇ ਹੋਣ ਵਾਲੇ ਇਸ ਇਨਸੀਡੈਂਟ ਤੋਂ, ਹਨਾ, ਇਸ ਮਤਲਬ ਘਟਨਾਵਾਂ ਤੋਂ, ਬਿਜਲੀ ਡਿੱਗਣ ਵਾਲੀਆਂ ਘਟਨਾਵਾਂ ਤੋਂ ਉਹਨਾਂ ਇਮਾਰਤਾਂ ਨੂੰ ਜਿਹੜਾ ਹੈਗਾ ਬਚਾਇਆ ਜਾ ਸਕੇ। ਸੋ ਲਾਈਟਨਿੰਗ ਕੰਡਕਟਰ ਇੱਕ ਤਰ੍ਹਾਂ ਦਾ ਜੰਤਰ ਹੀ ਮੰਨੋ ਇਹਨੂੰ, ਤਰਸ਼ੂਲ ਆਕਾਰ ਦਾ ਹੁੰਦਾ, ਉੱਪਰ ਲੱਗਿਆ ਹੁੰਦਾ ਘਰਾਂ ਦੇ, ਜਿਸ ਦੀ ਵਰਤੋਂ ਆਕਾਸ਼ੀ ਬਿਜਲੀ ਤੋਂ ਇਮਾਰਤਾਂ ਨੂੰ ਬਚਾਉਣ ਲਈ ਕੀਤੀ ਜਾਂਦੀ ਹੈ। ਤੁਸੀਂ ਯਾਦ ਰੱਖਣਾਗਾ, ਠੀਕ ਹੈ। ਇਹ ਵੀ ਕੁਐਸਚਨ ਮੈਂ ਦੇਖਿਆ ਸੀ ਇੱਕ ਵਾਰ ਪੇਪਰ ਦੇ ਵਿੱਚ ਆਇਆ ਹੋਇਆ। ਸੋ ਆਈ ਹੋਪ ਕਿ ਇੱਥੋਂ ਤੱਕ ਜਿਹੜੇ 4 ਕੰਸੈਪਟ ਨੇ ਤੁਹਾਨੂੰ ਸਮਝ ਆ ਗਏ ਹੋਣਗੇ। ਪਹਿਲਾ ਮਹਾਮਾਰੀ ਸੀਗਾ, ਫਿਰ ਵਿਸ਼ਵ ਪੱਧਰੀ ਮਹਾਮਾਰੀ ਸੀਗੇ, ਅਤੇ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਪੌਣ ਦੀ, ਅਤੇ ਫੋਰਥ ਆਪਣਾ ਆ ਗਿਆ ਬਿਜਲਈ ਚਾਲਕ। ਹਾਂਜੀ, ਨੈਕਸਟ ਟਾਪਿਕ ਦਾ ਮੋਸਟ ਇੰਪੋਰਟੈਂਟ ਵਨ, ਮੈਂ ਆਈਐਮਪੀ ਲਿਖ ਦੇਣਾ, ਇੰਪੋਰਟੈਂਟ ਹੈਗਾ, ਜੋ ਕਿ ਕੁਦਰਤ ਨਾਲ ਹੀ ਜੁੜਿਆ ਹੋਇਆ ਹੈਗਾ। ਨੈਚੁਰਲ ਜਿਹੜੀਆਂ ਆਪਣੀਆਂ ਘਟਨਾਵਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਹੈ ਭੂਚਾਲ, ਅਰਥਕੁਇਕ। ਠੀਕ ਹੈ, ਇਹ ਸਾਰੇ ਤੁਸੀਂ ਜਾਣਦੇ ਹੋ ਇਹਦੇ ਬਾਰੇ। ਹੁਣ ਇਹਦੇ ਬਾਰੇ ਬੜੇ ਪੁਆਇੰਟ ਨੇ ਜੀ, ਬੜੇ 5-6 ਬਹੁਤ ਇੰਪੋਰਟੈਂਟ ਪੁਆਇੰਟ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਨੂੰ ਕੁਐਸਚਨ ਜਿਹੜਾ ਪੇਪਰ ਦੇ ਵਿੱਚ ਬਣ ਸਕਦਾ ਹੈਗਾ। ਸਭ ਤੋਂ ਪਹਿਲਾਂ ਤਾਂ ਇਹ ਆਉਂਦਾ ਕਿਉਂ, ਉਹ ਸਮਝੋ। ਦੇਖੋ, ਧਰਤੀ ਦੇ ਥੱਲੇ ਜੋ ਚੀਜ਼ ਮੈਂ ਬੋਲਦਾ ਪਿਆ, ਬੜੇ ਧਿਆਨ ਨਾਲ ਉਹਨੂੰ ਸੁਣਿਓ। ਠੀਕ ਹੈ, ਪਿਘਲੇ ਹੋਏ ਲਾਰਵੇ ਤੋਂ, ਐ ਮੰਨੋ ਪਿਘਲੇ ਹੋਏ ਲਾਰਵੇ ਤੋਂ ਕੋਈ ਚੀਜ਼ ਬਣ ਜਾਂਦੀ ਹੈ, ਕਿਉਂਕਿ ਮੈਂ ਬਿਲਕੁਲ ਆਮ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਉਂਗਾ, ਹੈ ਨਾ, ਬਾਹਲਾ ਸਾਇੰਟੀਫਿਕ ਮੈਂ ਨਹੀਂ ਜਾਊਂਗਾ, ਬਿਲਕੁਲ ਆਮ ਭਾਸ਼ਾ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰੂੰਗਾ। ਸੋ ਧਰਤੀ ਦੇ ਥੱਲੇ ਜਗ੍ਹਾ ਹੁੰਦੀ, ਆਪਾਂ ਨੂੰ ਪਤਾ ਹੈਗਾ, ਉਹਦੇ ਵਿੱਚ ਕੀ ਹੈ ਜੀ, ਜਿਹੜਾ ਮਤਲਬ ਲਾਵਾ ਗਾ, ਠੀਕ ਹੈ, ਪਿਘਲੇ ਹੋਏ ਲਾਵੇ ਤੋਂ ਕੁਝ ਨਾ ਕੁਝ ਚੀਜ਼ ਬਣਦੀ ਹੈ, ਜਿਹਨੂੰ ਅਸੀਂ ਬੋਲਦੇ ਹਾਂ ਟੈਕਟੋਨਿਕ ਪਲੇਟ। ਉਹਨਾਂ ਨੂੰ ਅਸੀਂ ਬੋਲਦੇ ਹਾਂ ਟੈਕਟੋਨਿਕ ਪਲੇਟ। ਸੋ ਇੱਥੇ ਮੈਂ ਆਪ ਨੰਬਰ 1, ਨੰਬਰ 2, ਨੰਬਰ 3, ਠੀਕ ਹੈ, 3 ਕੰਡੀਸ਼ਨ ਦੇ ਵਿੱਚ ਮੈਂ ਦਿਖਾਇਆ ਹੋਇਆਗਾ ਟੈਕਟੋਨਿਕ ਪਲੇਟਸ, ਇੱਥੇ ਮੈਂ ਸ਼ੋਅ ਕੀਤੀਆਂ ਹੋਈਆਂ ਨੇ। ਤਾਂ ਕਈ ਵਾਰ ਕੀ ਹੁੰਦਾ ਜੀ, ਜੋ ਇਹ ਟੈਕਟੋਨਿਕ ਪਲੇਟਸ ਨੇ ਧਰਤੀ ਦੇ ਨੀਚੇ,
ਠੀਕ ਹੈ। ਇਹ ਇੱਕ ਦੂਜੇ ਨਾਲ ਇਦਾਂ ਟਕਰਾ ਕੇ, ਠੀਕ ਹੈ, ਇਸ ਤਰੀਕੇ ਨਾਲ ਐਰੋ ਪਾਏ ਹੋਏ ਆ, ਦੇਖੋ ਧਿਆਨ ਨਾਲ, ਮਤਲਬ ਇੱਕ ਦੂਜੇ ਦੇ ਉੱਪਰ ਸਲਾਈਡ ਕਰ ਸਕਦੀਆਂ ਨੇ, ਇੱਕ ਦੂਜੇ ਦੇ ਉੱਪਰ ਸਲਾਈਡ ਕਰ ਸਕਦੀਆਂ ਨੇ, ਜਾਂ ਇਸ ਤਰੀਕੇ ਨਾਲ ਵਰਟੀਕਲ, ਠੀਕ ਹੈ, ਜਿਵੇਂ ਇੱਕ ਪਲੇਟ ਦੇਖੋ ਇੱਧਰ ਆ ਗਈ, ਇੱਕ ਟੈਕਟੋਨਿਕ ਪਲੇਟ ਉਧਰ ਚਲੀ ਗਈ, ਜਾਂ ਇਦਾਂ ਇਹਨਾਂ ਦੀ ਸਲਾਈਡਿੰਗ ਹੋ ਸਕਦੀ ਹੈ, ਜਾਂ ਹੌਰੀਜੈਂਟਲ ਇਦਾਂ ਹੋ ਸਕਦੀ ਹੈ। ਮਤਲਬ ਕਿਸੇ ਵੀ ਤਰੀਕੇ ਨਾਲ ਲਾ ਲਓ ਤੁਸੀਂ ਕਿ ਟੈਕਟੋਨਿਕ ਪਲੇਟ ਜਦੋਂ ਇੱਕ ਦੂਸਰੇ ਦੇ ਉੱਪਰ ਫਿਸਲਦੀਆਂ ਨੇ, ਠੀਕ ਹੈ, ਥੋੜਾ ਮਤਲਬ ਹਲਜਲ ਹੁੰਦੀ ਹੈ, ਹਿਲਜੁਲ ਇਹਨਾਂ ਦੇ ਵਿੱਚ ਹੁੰਦੀ ਹੈ, ਤਾਂ ਉਹਦੇ ਨਾਲ ਕੀ ਹੈ ਜੀ, ਜੋ ਧਰਤੀ ਹੈ ਉਹ ਕੰਬਣਾ ਸ਼ੁਰੂ ਕਰ ਦਿੰਦੀ ਹੈ, ਤੇ ਉਸੇ ਨੂੰ ਆਪਾਂ ਬੋਲਦੇ ਹਾਂ ਭੂਚਾਲ, ਅਰਥਕੁਇਕ। ਠੀਕ ਹੈ, ਹੋਪਫੁਲੀ ਤੁਸੀਂ ਸਮਝ ਗਏ ਹੋਵੋਗੇ। ਸੋ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਭੂਚਾਲ ਦਾ ਕਾਰਨ ਕੀ ਹੈ, ਕਿਹੜੀਆਂ ਪਲੇਟਸ ਨੇ, ਉਹ ਟੈਕਟੋਨਿਕ ਪਲੇਟਸ ਨੇ, ਉਹਨਾਂ ਦੇ ਵਿੱਚ ਸਲਾਈਡਿੰਗ ਹੋਣ ਵਗੈਰਾ ਦੇ ਕਰਕੇ, ਠੀਕ ਹੈ, ਇੱਕ ਦੂਸਰੇ ਦੇ ਉੱਪਰ ਉਹ ਫਿਸਲਣ ਲੱਗ ਜਾਂਦੀਆਂ ਨੇ, ਕੋਈ ਵੀ ਕਾਰਨ ਹੋ ਸਕਦਾ ਹੈ, ਉਹਨਾਂ ਦੇ ਵਿੱਚ ਹਿਲਜੁਲ ਹੋਣ ਕਾਰਨ ਕੀ ਹੈ, ਧਰਤੀ ਕੰਬਣਾ ਸ਼ੁਰੂ ਕਰ ਦਿੰਦੀ ਹੈ, ਜਿਹਨੂੰ ਅਸੀਂ ਬੋਲਦੇ ਹਾਂ ਭੂਚਾਲ। ਹੁਣ ਜੋ ਭੂਚਾਲ ਹੈ, ਆਪਾਂ ਨੂੰ ਪਤਾ ਕਿ ਇਹਦਾ ਕੋਈ ਪੁਆਇੰਟ ਹੁੰਦਾ ਜੀ, ਧਰਤੀ ਦੇ ਨੀਚੇ ਕਿਸੇ ਜਗ੍ਹਾ ਤੋਂ ਇਹ ਉੱਠਦਾ ਗਿਆ, ਇਹ ਤਾਂ ਨਹੀਂ ਕਿ ਪੂਰੀ ਧਰਤੀ ਦੇ ਨੀਚੇ ਤੋਂ ਹਰ ਇੱਕ ਜਗ੍ਹਾ ਤੋਂ ਭੂਚਾਲ ਉੱਠ ਗਿਆ। ਸੋ ਕੋਈ ਨਾ ਕੋਈ ਇਹਦਾ ਪੁਆਇੰਟ ਹੁੰਦਾ ਜਿੱਥੋਂ ਇਹ ਸ਼ੁਰੂ ਹੁੰਦਾ, ਠੀਕ ਹੈ, ਜਿੱਥੇ ਇਹਨਾਂ ਪਲੇਟਸ ਦੇ ਵਿੱਚ ਹਲਚਲ ਜਿਹੜੀ ਹੈਗੀ ਉਹ ਸ਼ੁਰੂ ਹੁੰਦੀ ਹੈ। ਸੋ ਜਿੱਥੋਂ ਇਹ ਸ਼ੁਰੂ ਹੁੰਦਾ ਹੈ ਧਰਤੀ ਦੇ ਨੀਚੇ ਤੋਂ, ਉਹਨੂੰ ਅਸੀਂ ਬੋਲਦੇ ਹਾਂ ਹਾਈਪੋਸੈਂਟਰ। ਮੰਨ ਲਓ ਇਹ ਅਰਥ ਹੈ, ਦੇਖੋ ਆਲੀ ਜਗ੍ਹਾ ਤੇ ਇੱਥੇ ਮੰਨ ਲਓ ਭੂਚਾਲ ਆ ਗਿਆ, ਇੰਨਾ ਪੋਰਸ਼ਨ ਆਪਾਂ ਲੈ ਲਿਆ, ਤਾਂ ਦੇਖੋ ਇੱਥੇ ਫੋਕਸ ਲਿਖਿਆ ਮੈਂ ਆ ਜਗ੍ਹਾ ਤੇ, ਤਾਂ ਇੱਥੋਂ ਹੀ ਚੱਲਿਆ ਨਾ, ਆ ਜਗ੍ਹਾ ਤੋਂ ਧਰਤੀ ਦੇ ਨੀਚੇ ਆ ਜਗ੍ਹਾ ਤੇ ਟੈਕਟੋਨਿਕ ਪਲੇਟਸ ਦੇ ਵਿੱਚ ਹਿਲਜੁਲ ਜਿਹੜੀ ਹੈ ਸਟਾਰਟ ਹੋਈ, ਜਿੱਥੋਂ ਭੂਚਾਲ ਸ਼ੁਰੂ ਹੋਇਆ, ਤੇ ਧਰਤੀ ਦੇ ਨੀਚੇ ਤੋਂ ਜਿੱਥੋਂ ਭੂਚਾਲ ਸ਼ੁਰੂ ਹੁੰਦਾ ਉਸ ਨੂੰ ਅਸੀਂ ਬੋਲਦੇ ਹਾਂ ਹਾਈਪੋਸੈਂਟਰ। ਐਂ ਯਾਦ ਰੱਖਿਓ, ਹਾਈਪੋ ਦਾ ਮਤਲਬ ਹੇਠਾਂ। ਇਸ ਤੋਂ ਬਾਅਦ ਐਪੀਸੈਂਟਰ ਆ ਗਿਆ ਜੀ, ਪੁਆਇੰਟ ਨੰਬਰ 3। ਹੁਣ ਜਿੱਥੋਂ ਇਹ ਸਟਾਰਟ ਹੋਇਆ, ਦੇਖੋ ਇਹਦਾ ਇਫੈਕਟ ਜਿਹੜਾ ਧਰਤੀ ਦੇ ਉੱਪਰ, ਜਿੱਥੇ ਆਪਾਂ ਰਹਿਣੇ ਆ ਹਨਾ, ਧਰਤੀ ਦੇ ਉੱਪਰ ਜਿਹੜੇ ਪੁਆਇੰਟ ਤੇ ਹੈ, ਧਰਤੀ ਦੇ ਨੀਚੇ ਤਾਂ ਉਹ ਪੁਆਇੰਟ ਹੋ ਗਿਆ ਹਾਈਪੋਸੈਂਟਰ, ਧਰਤੀ ਦੇ ਉੱਪਰ ਜਿਹੜੇ ਪੁਆਇੰਟ ਤੇ ਜਿਹੜਾ ਇਹਦਾ ਇਫੈਕਟ ਪਿਆ, ਸਿੱਧਾ ਇਫੈਕਟ ਪਿਆ, ਮਤਲਬ ਹਾਈਪੋਸੈਂਟਰ ਤੋਂ ਠੀਕ ਉੱਪਰ ਧਰਤੀ ਤੇ ਜਿਹੜਾ ਪੁਆਇੰਟ ਹੋਊਗਾ, ਉਹਦਾ ਨਾਮ ਹੋਏਗਾ ਜੀ ਐਪੀਸੈਂਟਰ, ਉਹਦਾ ਨਾਮ ਹੋਏਗਾ ਐਪੀਸੈਂਟਰ। ਸੋ ਆਈ ਹੋਪ ਕਿ ਤਿੰਨੋਂ ਦੇ ਤਿੰਨੋਂ ਜਿਹੜੇ ਪੁਆਇੰਟ ਹੈ ਤੁਸੀਂ ਸਮਝ ਗਏ ਹੋਵੋਗੇ। ਹਾਂਜੀ, ਨੈਕਸਟ ਆਪਣਾ ਆ ਗਿਆ ਸਿਜ਼ਮੋਗ੍ਰਾਫ। ਸੋ ਇਹ ਵੀ ਆਪਣਾ ਭੂਚਾਲ ਨਾਲ ਹੀ ਜੁੜਿਆ ਹੋਇਆ ਅਗਲਾ ਸਾਰੇ ਦੇ ਸਾਰੇ ਟੌਪਿਕ। ਸੋ ਦ ਫ੍ਰੀਕੁਐਂਸੀ ਆਫ ਦ ਅਰਥਕੁਇਕ ਇਜ਼ ਮੈਜ਼ਰਡ ਬਾਈ ਐਨ ਇੰਸਟਰੂਮੈਂਟ ਕਾਲਡ ਸਿਜ਼ਮੋਗ੍ਰਾਫ। ਸੋ ਕਹਿੰਦੇ ਭੂਚਾਲ ਦੀ ਜੋ ਆਵਿਰਤੀ ਹੈ ਉਹਨੂੰ ਕਿਹੜੇ ਜੰਤਰ ਨਾਲ ਮਾਪਿਆ ਜਾਂਦਾ ਜੀ, ਸਿਜ਼ਮੋਗ੍ਰਾਫ। ਬੜਾ ਇੰਪੋਰਟੈਂਟ ਹੈ ਸਿਜ਼ਮੋਗ੍ਰਾਫ, ਠੀਕ ਹੈ, ਬਹੁਤ ਇੰਪੋਰਟੈਂਟ ਹੈ ਇਹ ਸ਼ਬਦ ਸਿਜ਼ਮੋਗ੍ਰਾਫ। ਮਤਲਬ ਭੂਚਾਲ ਦੀ ਜੇ ਆਪਾਂ ਫ੍ਰੀਕੁਐਂਸੀ ਮਾਪਣੀ ਆ ਕਿ ਕਿੰਨੀ ਫ੍ਰੀਕੁਐਂਸੀ ਹੈ ਉਹਦੀ, ਤਾਂ ਆਪਾਂ ਨੂੰ ਸਿਜ਼ਮੋਗ੍ਰਾਫ ਦੀ ਮਦਦ ਲੈਣੀ ਪਊਗੀ। ਹੁਣ ਹੋ ਸਕਦਾ ਬਹੁਤਿਆਂ ਨੂੰ ਤੁਹਾਨੂੰ ਡਾਊਟ ਹੋਵੇ ਕਿ ਫ੍ਰੀਕੁਐਂਸੀ ਕੀ ਹੁੰਦੀ ਹੈ ਜੀ, ਆਵਿਰਤੀ ਕੀ ਹੁੰਦੀ ਹੈ। ਹਾਲਾਂਕਿ ਆਪਾਂ ਇਹਨੂੰ ਧੁਨੀ ਦੇ ਵਿੱਚ ਵੀ ਪੜਾਂਗੇ, ਬਟ ਤੁਸੀਂ ਸਿੰਪਲ ਸਮਝੋ ਕਿ 1 ਸੈਕਿੰਡ ਦੇ ਵਿੱਚ, ਠੀਕ ਹੈ ਜੀ, ਧਿਆਨ ਨਾਲ ਨੋਟ ਕਰੋ ਕਿ 1 ਸੈਕਿੰਡ ਦੇ ਵਿੱਚ ਆਪਣੀ ਧਰਤੀ, ਠੀਕ ਹੈ, ਜਦੋਂ ਭੂਚਾਲ ਆਇਆ ਕਿੰਨੇ ਵਾਰ ਕੰਬੀ ਹੈ ਉਹ, ਠੀਕ ਹੈ, ਕਿੰਨੇ ਵਾਰ ਉਹਨੇ ਟ੍ਰੈਂਬਲ, ਇਹਨੂੰ ਅਸੀਂ ਬੋਲਦੇ ਹਾਂ ਸ਼ਾਇਦ ਕੰਬਣ ਨੂੰ, ਟ੍ਰੈਂਬਲ, ਠੀਕ ਹੈ, ਚੈੱਕ ਕਰ ਲਿਓ ਇਹ, ਟ੍ਰੈਂਬਲ, ਕੰਬਣਾ, ਇਹਨੂੰ ਕੰਬਣਾ ਲਿਖ ਲਓ, ਕਿ ਕਿੰਨੇ ਵਾਰ ਆਪਣੀ ਧਰਤੀ ਭੂਚਾਲ ਟਾਈਮ ਕਿੰਨੇ ਵਾਰ 1 ਸੈਕਿੰਡ ਦੇ ਵਿੱਚ ਕੰਪਨ ਕੀਤੇ ਨੇ ਉਹਨੇ, ਠੀਕ ਹੈ, ਕਿੰਨੇ ਵਾਰ ਕੰਪਨ ਕੀਤੇ ਨੇ 1 ਸੈਕਿੰਡ ਦੇ ਵਿੱਚ ਧਰਤੀ ਨੇ। ਕਿਉਂਕਿ ਭੂਚਾਲ ਦੇ ਵਿੱਚ ਕੰਬਦੀ ਹੈ ਨਾ ਧਰਤੀ, ਅਗਰ ਆਪਾਂ ਆਮ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹਨੂੰ ਕੰਬਣਾ ਜਾਂ ਕੰਪਨ ਕਹਾਂਗੇ ਆਪਾਂ। ਸੋ 1 ਸੈਕਿੰਡ ਦੇ ਵਿੱਚ ਧਰਤੀ ਨੇ ਕਿੰਨੇ ਕੰਪਨ ਕੀਤੇ ਨੇ, ਉਹਨੂੰ ਅਸੀਂ ਬੋਲਾਂਗੇ ਜੀ ਫ੍ਰੀਕੁਐਂਸੀ ਉਹਦੀ। ਆਬਵੀਅਸ ਹੈ, ਜੇ ਜ਼ਿਆਦਾ ਵਾਰ ਕੰਬੂਗੀ, ਜ਼ਿਆਦਾ ਕੰਪਨ ਕੀਤੇ ਹੋਣਗੇ, ਤਾਂ ਇਹਦਾ ਮਤਲਬ ਜਿਹੜਾ ਭੂਚਾਲ ਹੈ ਉਹ ਬੜਾ ਤੇਜ਼ ਹੈ। ਹਾਲਾਂਕਿ ਇਹਨੂੰ ਆਪਾਂ ਸਾਊਂਡ ਵਾਲੇ ਚੈਪਟਰ ਦੇ ਵਿੱਚ ਬੜਾ ਡਿਟੇਲ ਦੇ ਵਿੱਚ ਪੜਾਂਗੇ ਫ੍ਰੀਕੁਐਂਸੀ ਵਗੈਰਾ ਨੂੰ, ਪਰ ਇੱਥੇ ਤੁਸੀਂ ਆਮ ਸ਼ਬਦਾਂ ਵਿੱਚ ਸਮਝੋ। ਤਾਂ 1 ਸੈਕਿੰਡ ਦੇ ਵਿੱਚ ਧਰਤੀ ਜਿੰਨੇ ਵਾਰ ਕੰਪਨ ਕਰੂਗੀ, ਜਿੰਨੇ ਵਾਰ ਕੰਬੂਗੀ, ਤਾਂ ਉਹਨੂੰ ਅਸੀਂ ਬੋਲਦੇ ਹਾਂ ਫ੍ਰੀਕੁਐਂਸੀ। ਤੇ ਜਿਹੜਾ ਅਰਥਕੁਇਕ ਹੈ, ਜਿਹੜਾ ਭੂਚਾਲ ਹੈ, ਉਹਦੀ ਫ੍ਰੀਕੁਐਂਸੀ ਨੂੰ ਮਾਪਣ ਵਾਲਾ ਜਿਹੜਾ ਜੰਤਰ ਹੈ, ਧਰਤੀ ਕਿੰਨੇ ਵਾਰ ਕੰਬੀ ਹੈ ਇਹ ਮਾਪਣ ਵਾਲਾ ਜਿਹੜਾ ਜੰਤਰ ਹੈ, ਉਹਨੂੰ ਅਸੀਂ ਬੋਲਦੇ ਹਾਂ ਜੀ ਸਿਜ਼ਮੋਗ੍ਰਾਫ। ਸੋ ਇਹ ਫੋਟੋ ਹੈ ਸਿਜ਼ਮੋਗ੍ਰਾਫ ਦੀ, ਠੀਕ ਹੈ, ਇਸ ਤਰ੍ਹਾਂ ਦਾ ਕੁਝ ਦੇਖਣ ਦੇ ਵਿੱਚ ਹੁੰਦਾ ਸਾਡਾ ਸਿਜ਼ਮੋਗ੍ਰਾਫ। ਹਾਂਜੀ, ਸਾਡਾ ਲਾਸਟ ਟੌਪਿਕ ਹੈ ਅੱਜ ਦਾ, ਰਿਕਟਰ ਸਕੇਲ। ਸੋ ਰਿਕਟਰ ਸਕੇਲ ਕੀ ਮਾਪਦਾ ਗਾ, ਪਾਵਰ ਆਫ ਦਾ ਅਰਥਕੁਇਕ ਇਜ਼ ਮੈਜ਼ਰਡ ਬਾਈ ਅ ਸਕੇਲ ਕਾਲਡ ਰਿਕਟਰ ਸਕੇਲ। ਸੋ ਅਗਰ ਅਸੀਂ ਭੂਚਾਲ ਦੀ ਤੀਬਰਤਾ ਮਾਪਣੀ ਹੈ, ਦੇਖੋ ਪਹਿਲਾਂ ਸੀ ਜੀ ਫ੍ਰੀਕੁਐਂਸੀ, ਕਿ ਧਰਤੀ ਕਿੰਨੇ ਵਾਰ ਕੰਬੀ ਹੈ ਹਨਾ 1 ਸੈਕਿੰਡ ਦੇ ਵਿੱਚ, ਉਹ ਤਾਂ ਸੀ ਸਿਜ਼ਮੋਗ੍ਰਾਫ। ਇੱਥੇ ਹੈਗੀ ਆ ਤੀਬਰਤਾ, ਮਤਲਬ ਪਾਵਰ,
ਮਤਲਬ ਭੁਚਾਲ ਜਿਹੜਾ ਹੈਗਾ ਕਿੰਨਾ ਖਤਰਨਾਕ ਸੀ, ਉਹਦੇ ਲਈ ਇੱਕ ਸਕੇਲ ਬਣਿਆਗਾ। ਹਾਲਾਂਕਿ ਉੱਥੋਂ ਵੀ ਪਤਾ ਲੱਗ ਜਾਂਦਾ, ਫ੍ਰੀਕੁਐਂਸੀ ਤੋਂ ਵੀ ਪਤਾ ਲੱਗ ਜਾਂਦਾ, ਬਟ ਇਹਦੇ ਲਈ ਇੱਕ ਸਕੇਲ ਬਣਿਆ ਹੋਇਆਗਾ। ਜਿਸ ਤਰ੍ਹਾਂ ਆਪਣਾ ਬੱਚਿਆਂ ਦਾ ਫੁੱਟੇ ਵਾਲਾ ਸਕੇਲ ਹੁੰਦਾ ਹੈਗਾ, ਹੈ ਨਾ, ਉਹ ਵਾਲਾ ਸਕੇਲ ਉਸ ਤਰ੍ਹਾਂ ਦਾ। ਇਦਾਂ ਮੰਨੋ ਕਿ ਉਹਦੇ ਵਿੱਚ ਰੀਡਿੰਗ ਨੇ ਜੀ, 1 ਤੋਂ ਲੈ ਕੇ ਅੱਗੇ 10 ਤੱਕ ਇਦਾਂ ਰੀਡਿੰਗ ਨੇ, ਜਿਵੇਂ ਕਿ ਮੈਂ ਪਿਕਚਰ ਦੇ ਵਿੱਚ ਦਿਖਾਇਆ ਹੋਇਆ। ਸੋ ਇਹਨਾਂ ਤੋਂ ਹੀ ਆਪਾਂ ਨੂੰ ਪਤਾ ਲੱਗੂਗਾ ਕਿ ਭੂਚਾਲ ਦੀ ਪਾਵਰ ਕਿੰਨੀ ਕੁ ਸੀ, ਉਹਦੀ ਤੀਬਰਤਾ ਕਿੰਨੀ ਕੁ ਸੀ। ਨਾਰਮਲੀ ਜਦੋਂ ਕਿਤੇ ਅਰਥਕੁਇਕ ਵਗੈਰਾ ਆ ਕੇ ਹਟਦਾ ਹੈਗਾ, ਤਾਂ ਨਿਊਜ਼ਪੇਪਰ ਦੇ ਵਿੱਚ ਤੁਸੀਂ ਪੜ੍ਹਿਆ ਹੋਊਗਾ ਕਿ ਭੂਚਾਲ ਦੀ ਤੀਬਰਤਾ 5.7 ਮਾਪੀ ਗਈ ਹੈ, ਇਸ ਤਰ੍ਹਾਂ ਦੀਆਂ ਨਿਊਜ਼ ਆਉਂਦੀਆਂ ਨੇ। ਸੋ ਉਹ ਜੋ ਤੀਬਰਤਾ ਉਹ ਕਿਹੜੇ ਸਕੇਲ ਤੇ ਮਾਪੀ ਜਾਂਦੀ ਹੈ, ਉਹਨੂੰ ਬੋਲੇ ਜਾਂਦਾ ਰਿਕਟਰ ਸਕੇਲ। ਠੀਕ ਹੈ, ਜਿਵੇਂ ਦੇਖੋ ਇੱਥੇ ਧਿਆਨ ਨਾਲ ਇਹ ਰਿਕਟਰ ਸਕੇਲ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ 1 ਤੋਂ ਲੈ ਕੇ 10 ਤੱਕ ਹੈ। ਤਾਂ ਹੁਣ ਤੁਸੀਂ ਖੁਦ ਦੇਖੋ, ਦੇਖੋ ਡਾਇਗਰਾਮ ਦੇ ਵਿੱਚ ਦੇਖੋ ਕਿ ਅਗਰ ਭੂਚਾਲ ਦੀ ਤੀਬਰਤਾ ਪਾਵਰ 2 ਹੈ, 3 ਹੈ, ਠੀਕ ਹੈ ਜੀ, ਤਾਂ ਕੋਈ ਮਾਈਨਰ ਜੀ ਗੱਲ ਹੈ, ਕੋਈ ਬੜੀ ਵੱਡੀ ਗੱਲ ਨਹੀਂ। ਜੇ ਉਹ 4 ਹੈ, ਠੀਕ ਹੈ, 5 ਹੈ ਜਾਂ 6 ਹੈ, ਫਿਰ ਵੀ ਠੀਕ ਹੈ ਜੀ, ਲਾਈਟ ਹੈ, ਮੋਡਰੇਟ ਹੈ, ਮਤਲਬ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਊਗਾ। ਦੇਖੋ ਇੱਥੋਂ ਤੱਕ ਆ ਬਿਲਡਿੰਗ ਵਧੀਆ ਪਈ ਹੈ, ਠੀਕ ਹੈ। ਉਸ ਤੋਂ ਬਾਅਦ ਜਦੋਂ 6 ਤੋਂ ਥੋੜੀ ਜਿਹੀ ਟੱਪ ਜਾਂਦੀ ਹੈ, ਤਾਂ ਦੇਖੋ ਇਹਦੀ ਬਿਲਡਿੰਗ ਥੋੜੀ ਜਿਹੀ ਖਰਾਬ ਹੋਣੀ ਸ਼ੁਰੂ ਹੋਈ। ਤੇ 7 ਤੋਂ ਜੇ ਭੁਚਾਲ ਟੱਪ ਗਿਆ ਜੀ, ਜੇ ਉਹਦੀ ਪਾਵਰ ਰਿਕਟਰ ਸਕੇਲ ਦੇ ਉੱਪਰ 7 ਤੋਂ ਵੱਧ ਆਈ, ਠੀਕ ਹੈ, ਵੈਲਿਊ ਕਹਿ ਲਓ, ਮੁੱਲ ਕਹਿ ਲਓ, 7 ਤੋਂ ਜ਼ਿਆਦਾ ਆਇਆ, ਭੁਚਾਲ ਦੀ ਤੀਬਰਤਾ ਜਿਹੜੀ 7 ਤੋਂ ਜ਼ਿਆਦਾ ਆਈ, ਤਾਂ ਇਹਦਾ ਮਤਲਬ ਜੋ ਭੁਚਾਲ ਹੈ ਉਹ ਬੜਾ ਵਿਨਾਸ਼ਕਾਰੀ ਹੈ, ਉਹਨੇ ਬੜੀ ਤਬਾਹੀ ਕੀਤੀ ਹੋਊਗੀ। ਤਾਂ ਇੱਥੇ ਤੁਸੀਂ ਸਾਰੇ ਦੇ ਸਾਰੇ ਘਰ ਦੇਖੋ, ਸਾਰਾ ਕੁਝ ਤਬਾਹ ਹੋਇਆ ਪਿਆਗਾ। ਸੋ ਰਿਕਟਰ ਸਕੇਲ ਭੁਚਾਲ ਦੀ ਮਾਪਦਾ ਜੀ ਪਾਵਰ, ਜਿਸ ਨੂੰ ਅਸੀਂ ਬੋਲਦੇ ਹਾਂ ਤੀਬਰਤਾ। ਅਤੇ 7 ਤੋਂ ਉੱਤੇ ਅਗਰ ਰਿਕਟਰ ਸਕੇਲ ਤੇ ਵੈਲਿਊ ਆਉਂਦੀ ਹੈ, ਤਾਂ ਭੁਚਾਲ ਬੜੇ ਵਿਨਾਸ਼ਕਾਰੀ ਹੁੰਦੇ ਨੇ। ਹਾਲਾਂਕਿ ਆਪਣੇ ਪੰਜਾਬ ਦੀ ਅਗਰ ਗੱਲ ਕਰੀਏ ਤਾਂ ਬਹੁਤ ਮਾਈਨਰ ਜਿਹੇ ਭੁਚਾਲ ਕਦੇ ਕਦੇ ਦੇਖਣ ਨੂੰ ਮਿਲਦੇ ਨੇ। ਸੋ 3-4 ਰੀਡਿੰਗ ਵਾਲੇ ਹੁੰਦੇ ਨੇ, ਕੋਈ ਬਹੁਤ ਜ਼ਿਆਦਾ ਨਹੀਂ ਹੁੰਦੇ। ਸੋ 7 ਤੋਂ ਬਾਅਦ ਜ਼ਿਆਦਾ ਖਤਰਾ ਜੀ, ਠੀਕ ਹੈ, ਜੇ ਰਿਕਟਰ ਸਕੇਲ ਤੇ ਵੈਲਿਊ ਜਿਹੜੀ ਹੈਗੀ ਹੈ 7 ਤੋਂ ਜ਼ਿਆਦਾ ਆਈ। ਹਾਲਾਂਕਿ 6 ਤੇ ਵੀ ਸਟਰੋਂਗ ਹੈ, ਪਰ 6 ਤੋਂ ਨੀਚੇ ਅਗਰ 5 ਦੀ ਗੱਲ ਕਰੀਏ ਤਾਂ ਮੋਡਰੇਟ ਹੈ, ਕੋਈ ਜ਼ਿਆਦਾ ਰਿਸਕ ਨਹੀਂ ਹੈਗਾ। ਹਾਂਜੀ, ਕੁਝ ਇੰਪੋਰਟੈਂਟ ਕੁਐਸਚਨ ਆਪਾਂ ਅੱਗੇ ਕਰ ਲੈਂਦੇ ਹਾਂ। ਸੋ ਪਹਿਲਾ ਕੁਐਸਚਨ ਹੈ, ਦ ਆਊਟਰਮੋਸਟ ਲੇਅਰ ਆਫ ਦ ਅਰਥ ਇਜ਼ ਕਾਲਡ। ਧਰਤੀ ਦੀ ਸਭ ਤੋਂ ਬਾਹਰਲੀ ਪਰਤ ਨੂੰ ਕੀ ਕਿਹਾ ਜਾਂਦਾ ਹੈ? ਕੁਐਸਚਨ ਆਇਆ ਹੋਇਆ ਆਪਾਂ ਨੂੰ ਪੇਪਰ ਦੇ ਵਿੱਚ। ਸੋ ਪਹਿਲੀ ਆਪਸ਼ਨ ਹੈ ਮੈਂਟਲ, ਫਿਰ ਕਰਸਟ, ਫਿਰ ਆਊਟਰ ਕੋਰ, ਫਿਰ ਇਨਰ ਕੋਰ। ਦੇਖੋ ਧਿਆਨ ਨਾਲ, ਇਹ ਆਪਾਂ ਮੈਂ ਹੁਣ ਤੁਹਾਨੂੰ ਨਹੀਂ ਕਰਵਾਇਆ ਡਿਊਰਿੰਗ ਦਾ ਸਟੱਡੀ। ਸੋ ਇੱਥੇ ਦੇਖੋ ਮੈਂ ਪਿਕਚਰ ਲਈ ਹੋਈ ਹੈ, ਜੋ ਸਭ ਤੋਂ ਅੰਦਰਲੀ ਪਰਤ ਹੈ ਉਹਨੂੰ ਬੋਲਦੇ ਆ ਜੀ ਅੰਦਰੂਨੀ ਕੋਰ। ਇੱਥੇ ਮੈਂ ਲਿਖ ਦਿੰਦਾ ਤਾਂ ਕਿ ਤੁਹਾਡਾ ਕੰਸੈਪਟ ਜਿਹੜਾ ਹੈਗਾ ਉਹ ਹੋਰ ਕਲੀਅਰ ਹੋ ਜੇ। ਸੋ ਇਹਨੂੰ ਬੋਲਾਂਗੇ ਅਸੀਂ ਅੰਦਰੂਨੀ ਕੋਰ। ਉਸ ਤੋਂ ਬਾਅਦ ਇਹਦੇ ਜਸਟ ਉੱਪਰ ਜੋ ਯੈਲੋ ਕਲਰ ਦੇ ਵਿੱਚ ਹੈ, ਇਹ ਆ ਜੂਗੀ ਸਾਡੀ ਬਾਹਰੀ ਕੋਰ, ਠੀਕ ਹੈ ਜੀ। ਸੋ ਬਾਹਰੀ ਕੋਰ। ਇਸ ਤੋਂ ਬਾਅਦ ਅੱਗੇ ਆ ਜੂਗਾ ਜੀ ਮੈਂਟਲ, ਠੀਕ ਹੈ, ਮੈਂਟਲ। ਅਤੇ ਸਭ ਤੋਂ ਉੱਪਰ ਆ ਜੂਗਾ ਸਾਡੀ ਕਰਸਟ, ਜਿਹਨੂੰ ਅਸੀਂ ਬੋਲਦੇ ਹਾਂ ਪੇਪੜੀ। ਸੋ ਅਗਰ ਆਪਾਂ ਧਰਤੀ ਨੂੰ ਦੇਖੀਏ ਤਾਂ ਉਹਦੀ ਬਾਹਰਲੀ ਪਰਤ ਤਾਂ ਆਹੀ ਬਣੂ ਨਾ, ਬਿਲਕੁਲ ਬਾਹਰਲੀ, ਬਿਲਕੁਲ ਆਊਟਰ ਲੇਅਰ। ਤਾਂ ਇਹ ਆਊਟਰ ਲੇਅਰ ਨੂੰ ਕੀ ਲਿਖਿਆ ਆਪਾਂ? ਪੇਪੜੀ। ਸੋ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਆਊਗਾ? ਦ ਆਊਟਰਮੋਸਟ ਲੇਅਰ, ਦ ਆਊਟਰਮੋਸਟ ਲੇਅਰ ਆਫ ਦ ਅਰਥ ਇਜ਼ ਕਾਲਡ ਕਰਸਟ। ਆਪਸ਼ਨ ਸੀ। ਹਾਂਜੀ, ਸੈਕਿੰਡ, ਇਟ ਇਜ਼ ਨਾਟ ਐਨ ਐਪੀਡੈਮਿਕ ਬਟ ਅ ਪੈਂਡੇਮਿਕ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਐਪੀਡੈਮਿਕ ਨਹੀਂ, ਮਹਾਮਾਰੀ ਨਹੀਂ, ਬਟ ਵਿਸ਼ਵ ਵਿਆਪੀ ਮਹਾਮਾਰੀ ਹੈ ਜਾਂ ਵਿਸ਼ਵ ਪੱਧਰੀ ਮਹਾਮਾਰੀ ਹੈ? ਤਾਂ ਪਹਿਲਾਂ ਆਪਾਂ ਦੇਖਦੇ ਹਾਂ, ਡੇਂਗੂ ਤਾਂ ਨਹੀਂ ਆਊਗਾ ਜੀ, ਡੇਂਗੂ ਇਨ ਦਿੱਲੀ ਲਿਖਤਾ ਵੈਸੇ। ਦੇਖੋ ਇਹ ਬੜੀ ਵਧੀਆ ਗੱਲ ਇਹਨਾਂ ਨੇ ਲਿਖੀ ਹੈ ਇਸ ਕੁਐਸਚਨ ਦੇ ਵਿੱਚ, ਕਿ ਜੋ ਡੇਂਗੂ ਇਹਨੇ ਦਿੱਲੀ ਲਿਖਤਾ, ਇਹਦਾ ਮਤਲਬ ਇੱਥੇ ਡੇਂਗੂ ਇੱਕ ਵਿਸ਼ੇਸ਼ ਖੇਤਰ ਦੇ ਵਿੱਚ ਹੈ। ਕਿਹੜੇ ਖੇਤਰ ਦੇ ਵਿੱਚ ਹੈ ਜੀ? ਉਹ ਦਿੱਲੀ ਦੇ ਵਿੱਚ ਹੈ। ਵੈਸੇ ਪਹਿਲਾਂ ਵੀ ਐਗਜ਼ਾਮਪਲ ਦੇ ਵਿੱਚ ਇਹ ਇਦਾਂ ਦੇਣਾ ਚਾਹੀਦਾ ਆਪਾਂ ਨੂੰ। ਸੋ ਵਧੀਆ ਕੁਐਸਚਨ ਮੈਨੂੰ ਲੱਗਿਆ ਇਹ, ਕਿਉਂਕਿ ਵਿਸ਼ੇਸ਼ ਖੇਤਰ ਦਾ ਤਾਂ ਮਤਲਬ ਹੀ ਇਹ ਹੈ। ਹਾਲਾਂਕਿ ਆਪਾਂ ਨੂੰ ਪਤਾ ਕਿ ਡੇਂਗੂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਇੱਕ ਜਗ੍ਹਾ ਤੇ ਬਹੁਤ ਜ਼ਿਆਦਾ ਫੈਲ ਗਿਆ ਤਾਂ ਪੂਰੀ ਦੁਨੀਆ 'ਚ ਹੀ ਬਹੁਤ ਜ਼ਿਆਦਾ ਫੈਲੂਗਾ ਕਰੋਨਾ ਵਾਂਗ। ਸੋ ਇਦਾਂ ਨਹੀਂ ਹੁੰਦਾ, ਬਟ ਫਿਰ ਵੀ ਇਹ ਕੁਐਸਚਨ ਥੋੜਾ ਹੋਰ ਜ਼ਿਆਦਾ ਕਲੀਅਰ ਕਰਕੇ ਪਾਇਆ ਹੋਇਆ। ਸੀ ਦੇਖੋ, ਪਲੇਗ ਇਨ ਬੰਗਾਲ, ਪਲੇਗ ਵੀ ਨਹੀਂ ਆਊਗਾ। ਸੋਕਾ ਆਊਗਾ ਅੱਗੇ, ਇਥੋਪੀਆ ਦੇ ਵਿੱਚ ਇਹ ਵੀ ਨਹੀਂ ਆਊਗਾ। ਸੋ ਆਪਾਂ ਨੂੰ ਪਤਾ ਹੈ, ਆਪਾਂ ਸਾਰੇ ਅਵੇਅਰ ਹਾਂ, ਵਿਸ਼ਵ ਵਿਆਪੀ ਮਹਾਮਾਰੀ ਜਿਹੜੀ ਪਿੱਛੇ ਹੋ ਕੇ ਹਟੀ ਹੈ ਉਹਦਾ ਨਾਮ ਹੈ ਜੀ ਕੋਵਿਡ-19। ਆਪਸ਼ਨ ਬੀ ਇਜ਼ ਦਾ ਕਰੈਕਟ ਆਂਸਰ। ਹਾਂਜੀ, ਕੁਐਸਚਨ ਨੰਬਰ 3। ਪਹਿਲਾਂ ਤੁਹਾਨੂੰ ਇਹ ਰਿਕੁਐਸਟ ਹੈ ਸਾਰਿਆਂ ਨੂੰ, ਅਗਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਇਹਨੂੰ ਆਪਣੇ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਜ਼ਰੂਰ ਕਰ ਦਿਓ, ਇਸ ਫ੍ਰੀ ਐਜੂਕੇਸ਼ਨ ਨੂੰ, ਤਾਂ ਕਿ ਵੱਧ ਤੋਂ ਵੱਧ ਬੱਚੇ ਇਹਨਾਂ ਵੀਡੀਓ ਦਾ ਲਾਹਾ ਲੈ ਸਕਣ। ਅਤੇ ਤੁਸੀਂ ਵੀ ਆਪਣੀ ਤਿਆਰੀ ਖਿੱਚ ਕੇ ਰੱਖੋ। ਹੋ ਸਕਦਾ ਬਹੁਤਿਆਂ ਨੇ ਪੀਐਸਟੈਟ ਦੇ ਨਾਲ ਸੀਟੈਟ ਜਾਂ ਐਚਟੈਟ ਵੀ ਭਰਿਆ ਹੋਵੇ, ਤਾਂ ਬੜਾ ਵਧੀਆ ਮੌਕਾ ਸਭ ਕੋਲ ਸਾਰੇ ਦੇ ਸਾਰੇ ਐਗਜ਼ਾਮ ਇਕੱਠੇ ਕਲੀਅਰ ਕਰਨ ਦਾ। ਸੋ ਅਗਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ, ਲਾਈਕ ਜ਼ਰੂਰ ਕਰ ਦਿਓ ਇਹਨੂੰ। ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਦਿਓ। ਅੱਜ ਥੋੜਾ ਜਿਹਾ ਮੈਨੂੰ ਲੱਗਿਆ ਕਿ ਮੇਰੇ ਬੋਲਣ ਦੇ ਵਿੱਚ ਸ਼ਾਇਦ ਮੇਰੀ
ਜਿਹੜੀ ਆਵਾਜ਼ ਹੈ ਉਹ ਥੋੜਾ ਜ਼ਿਆਦਾ ਉੱਚੀ ਨਹੀਂ ਜਾ ਰਹੀ ਹੋਣੀ, ਕਿਉਂਕਿ ਥੋੜੀ ਜਿਹੀ ਮੈਨੂੰ ਗਲੇ ਦੇ ਵਿੱਚ ਦਿੱਕਤ ਹੈ ਜ਼ਿਆਦਾ ਉੱਚੀ ਬੋਲਣ ਕਰਕੇ। ਕੁਝ ਲੈਕਚਰ ਵੀ ਮੈਨੂੰ ਲਾਉਣੇ ਪੈਂਦੇ ਆ ਨਾਲ ਦੀ ਨਾਲ, ਉਸ ਤੋਂ ਬਾਅਦ ਇਹ ਰਿਕਾਰਡਿੰਗ ਵੀ ਮੈਂ ਕਰ ਲੈਣਾ ਆਪਣੀ ਖੁਸ਼ੀ ਦੇ ਨਾਲ, ਠੀਕ ਹੈ। ਤਾਂ ਕਰਕੇ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ। ਤਾਂ ਥਰਡ ਕੁਐਸਚਨ ਹੈ, ਦ ਫ੍ਰੀਕੁਐਂਸੀ ਆਫ ਦ ਅਰਥਕੁਇਕ ਇਜ਼ ਮੈਜ਼ਰਡ ਬਾਏ। ਤਾਂ ਜੋ ਭੂਚਾਲ ਦੀ ਆਵਿਰਤੀ ਪੁੱਛਿਆ, ਦੇਖੋ ਪਾਵਰ ਨਹੀਂ ਪੁੱਛਿਆ, ਕੀ ਪੁੱਛਿਆ, ਫ੍ਰੀਕੁਐਂਸੀ ਪੁੱਛਿਆ, ਉਹ ਕਿਹਦੇ ਨਾਲ ਮਾਪੀ ਜਾਂਦੀ ਹੈ। ਇਸ ਕੁਐਸਚਨ ਦਾ ਆਨਸਰ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਆਪ ਦੱਸੋਗੇ ਕਿ ਕੀ ਆਊਗਾ। ਫ੍ਰੀਕੁਐਂਸੀ ਆਫ ਅਰਥਕੁਇਕ ਇਜ਼ ਮੈਜ਼ਰਡ ਬਾਏ, ਕਿਹਦੇ ਨਾਲ ਮਾਪਾਂਗੇ, ਕਿਹੜੇ ਜੰਤਰ ਨਾਲ ਮਾਪਾਂਗੇ। ਸੋ ਇਹ ਸੀ ਆਪਣੀ ਅੱਜ ਦੀ ਕਲਾਸ 'ਚ। ਸੋ ਅਗਰ ਇਸ ਤੁਹਾਨੂੰ ਵਧੀਆ ਲੱਗ ਰਿਹਾ, ਕੁਛ ਨਾ ਕੁਛ ਮਿਲਦਾ ਪਿਆ, ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਤੇ ਆਪਣੀਆਂ ਅਗਲੀਆਂ ਕਲਾਸਿਸ ਜਿਹੜੀਆਂ ਹੈਗੀਆਂ ਨੇ ਉਹ ਹੁਣ ਜ਼ਿਆਦਾਤਰ ਈਬੀਐਸ ਤੇ ਹੋਣਗੀਆਂ। ਹੁਣ ਆਪਾਂ ਈਬੀਐਸ ਕੱਲੀ ਕਵਰ ਨਹੀਂ ਕਰਨੀ, ਨਾਲ ਦੀ ਨਾਲ ਜੋ ਈਬੀਐਸ ਦੀ ਪੈਡਾਗੋਜੀ ਹੈ ਉਹ ਵੀ ਮੈਂ ਤੁਹਾਨੂੰ ਕਵਰ ਕਰਾਊਂਗਾ। ਸੋ ਮੈਥ ਦੀਆਂ ਥੋੜੀਆਂ ਘੱਟ ਕਲਾਸਿਸ ਆਇਆ ਕਰਨਗੀਆਂ, ਈਬੀਐਸ ਦੀਆਂ ਵੱਧ ਆਇਆ ਕਰਨਗੀਆਂ। ਸੋ ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦਿਓਗੇ। ਸੋ ਦੈਟਸ ਆਲ ਫॉर ਟੂਡੇ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।